ਕੱਲ ਇੱਕ ਬੜੀ ਵੱਡੀ ਚਰਚਾ ਚੱਲੀ ਜਿਸ ਜਗ੍ਹਾ ਤੋਂ ਜਿਸ ਤੋਂ ਅਗਵਾਈ ਲੈਂਦੀ ਹੈ ਸਿੱਖ ਕੌਮ, ਉਸ ਅਕਾਲ ਤਖਤ ਦੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਨੇ ਨਵੇਂ ਸਵਾਲ ਖੜੇ ਕੀਤੇ ਨੇ। ਸਿੱਖ ਕੌਮ ਨੂੰ ਅਗਵਾਈ ਕਰਨ ਵਾਲਾ ਜਥੇਦਾਰ ਨੂੰ ਲਾਉਣ ਜਾਂ ਉਹਨੂੰ ਬਦਲਣ ਦੇ ਵਿੱਚ ਕੋਈ ਵੀ ਕਾਨੂੰਨ ਵਿਧੀ ਨਹੀਂ। ਇਹ ਹਰਪ੍ਰੀਤ ਸਿੰਘ ਜੀ ਬੁਖਲਾ ਗਏ ਨੇ। ਬਖਲਾਏ ਕਿਉਂ ਨੇ? ਕਿਉਂਕਿ ਇਹਨਾਂ ਦੀ ਗੱਲ ਜਿਹੜੀ ਹੈ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਮੰਨੀ ਨਹੀਂ ਜਾ ਰਹੀ। ਇਹਨਾਂ ਨੇ ਕਿਹਾ ਜੀ ਕਿ ਐਸਜੀਪੀਸੀ ਜਿਹੜੀ ਹੈਗੀ ਆਪਣਾ ਚੈਨਲ ਬਣਾਵੇ ਜੀ, ਬਣ ਗਿਆ ਨਹੀਂ। ਇਹਨਾਂ ਨੇ ਕਿਹਾ ਕਿ ਅਸੀਂ ਰਾਗੀ ਜਿਹੜੇ ਆ ਉਹ ਤੰਤੀ ਸਾਗਾਂ ਵਾਲੇ ਰੱਖਣੇ ਨੇ। ਜਿਵੇਂ ਆਪਾਂ ਪੁਰਾਣਾ ਬਿਆਨ ਯਾਦ ਕਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਉਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਜਿਹਦਾ ਐਸਜੀਪੀਸੀ ਤੇ ਕਬਜ਼ਾ ਹੈ ਉਹੀ ਅਸਲੀ ਅਕਾਲੀ ਦਲ ਹੈ। ਅਕਾਲ ਤਖਤ ਸਾਹਿਬ ਦੀ ਜਿਹੜੀ ਪਦਵੀ ਹੈਗੀ ਆ, ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਤਖਤੇ ਦੇ ਉੱਪਰ ਉਹਨੂੰ ਬਿਠਾਉਣਾ ਚਾਹੀਦਾ ਜਿਹੜਾ ਤਖਤੇ ਦੇ ਕਾਬਲ ਹੋਵੇ। ਜਿਹੜਾ ਉਹਨਾਂ ਨੇ ਕੱਲ ਬੋਲਿਆ ਵੀ ਹੈ ਕਿ ਇਹ ਜੋ ਗੱਲ ਕਰ ਰਹੇ ਨੇ ਬਾਦਲਾਂ ਵੱਲੋਂ ਕਰ ਰਹੇ ਨੇ। ਬਾਦਲ ਪਰਿਵਾਰ ਅਕਾਲੀ ਦਲ ਨਹੀਂ, ਇਕੱਲੇ ਬਾਦਲ ਪਰਿਵਾਰ ਦੇ ਅੰਡਰ ਚੱਲ ਰਿਹਾ ਸਾਰਾ ਕੁਝ। ਇਸੇ ਕਰਕੇ ਮੈਨੂੰ ਲੱਗਦਾ ਕਿ ਵਿਰੋਧ ਉੱਠ ਰਹੇ ਨੇ। ਭਾਵੇਂ ਬੀਬੀ ਜਗੀਰ ਕੌਰ ਜਿਹਨੇ ਕੁੜੀ ਮਾਰੀ ਆ ਜੀ, ਉਹ ਐਸਜੀਪੀਸੀ ਦੀ ਮੈਂਬਰ ਵੀ, ਆਪਣਾ ਪ੍ਰਧਾਨ ਵੀ ਬਣ ਸਕਦੀ ਆ ਤੇ ਅਕਾਲੀ ਦਲ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਵੀ ਬਣ ਸਕਦੀ ਆ, ਲੇਕਿਨ ਉਹਦੇ ਅੱਲੇ ਪੱਲੇ ਕੁਝ ਨਹੀਂ। ਇਹਨਾਂ ਦੀ ਸਰਕਾਰ ਆ, ਇਹ ਜੋ ਕਹਿੰਦੇ ਨੇ ਹੁਣ ਬੰਦੀ ਸਿੰਘਾਂ ਨੂੰ ਛਡਾਉਣਾ ਹੈ। ਜਦੋਂ ਇਹਨਾਂ ਦੀ ਸਰਕਾਰ ਸੀਗੀ 15 ਸਾਲ ਰਹੀ, 97 ਤੇ ਵੀ ਰਹੀ ਤੇ 2 ਵਾਰੀ ਇਕੱਠੀ ਵੀ ਰਹੀ, ਉਦੋਂ ਕੋਈ ਨਹੀਂ ਬੰਦੀ ਸਿੰਘਾਂ ਦੀ ਯਾਦ ਆਈ। ਇਹ ਜਿਹੜਾ ਗੱਲ ਹੋਈ ਸੀ ਆਨੰਦਪੁਰ ਸਾਹਿਬ ਦੇ ਮਤੇ ਤੇ ਜੀ, ਆਨੰਦਪੁਰ ਸਾਹਿਬ ਦੇ ਮਤੇ ਤੋਂ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭੱਜੇ ਨੇ। ਜਿਹੜਾ ਅਕਾਲੀ ਦਲ 1920 ਚ ਬਣਿਆ ਸੀ ਜੀ, ਉਹ ਅਕਾਲੀ ਦਲ ਦਾ ਭੋਗ ਇਹਨਾਂ ਨੇ ਜਿਹੜਾ ਹੈਗਾ ਜੀ ਉੱਥੇ ਪਾਤਾ, ਮੋਗੇ ਵਾਲੀ। ਮੋਗੇ ਪਾਤਾ। ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਬਰੇਟ ਕਲਿੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਆਪਾਂ ਗੱਲ ਕਰਦੇ ਹਾਂ ਸਭ ਤੋਂ ਨਵੇਂ ਧਰਮ ਸਿੱਖ ਧਰਮ ਦੀ, ਸਿੱਖ ਕੌਮ ਦੀ, ਜੋ ਆਪਣੀਆਂ ਕੁਰਬਾਨੀਆਂ ਕਰਕੇ, ਆਪਣੀਆਂ ਸੇਵਾਵਾਂ ਕਰਕੇ ਦੁਨੀਆ ਭਰ 'ਚ ਮਸ਼ਹੂਰ ਹੈ ਤੇ ਉਹਦਾ ਜ਼ਿਕਰ ਹੈ। ਕੱਲ ਇੱਕ ਬੜੀ ਵੱਡੀ ਚਰਚਾ ਚੱਲੀ ਜਿਸ ਜਗ੍ਹਾ ਤੋਂ ਜਿਸ ਤੋਂ ਅਗਵਾਈ ਲੈਂਦੀ ਹੈ ਸਿੱਖ ਕੌਮ, ਉਸ ਅਕਾਲ ਤਖਤ ਦੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਨੇ ਨਵੇਂ ਸਵਾਲ ਖੜੇ ਕੀਤੇ ਨੇ। ਉਹ ਸਵਾਲ ਐਸੇ ਨੇ ਜੋ ਸਿੱਖ ਜਗਤ ਨੂੰ, ਸਿੱਖ ਵਿਦਵਾਨਾਂ ਨੂੰ ਇੱਕ ਸੋਚ ਪਾਉਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਆਪਾਂ ਸੰਸਥਾਵਾਂ ਨੂੰ ਕਬਜ਼ੇ ਕਰਨ ਦੇ ਵਜੋਂ ਵਰਤਦੇ ਹਾਂ। ਇੱਥੇ ਕਬਜ਼ੇ ਕਰਨ ਦੀ ਗੱਲ ਚੱਲਦੀ ਹੈ ਤੇ ਜਿਹੜੇ ਸਿੱਖ ਕੌਮ ਨੂੰ ਅਗਵਾਈ ਕਰਨ ਵਾਲਾ ਜਥੇਦਾਰ ਨੂੰ ਲਾਉਣ ਜਾਂ ਉਹਨੂੰ ਬਦਲਣ ਦੇ ਵਿੱਚ ਕੋਈ ਵੀ ਕਾਨੂੰਨ ਵਿਧੀ ਨਹੀਂ ਹੈ, ਜੋ ਬਣਾਉਣੀ ਚਾਹੀਦੀ ਹੈ, ਜੋ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਸ ਪ੍ਰਤੀ ਮੇਰੇ ਤੋਂ ਪਹਿਲਾਂ ਦੇ ਜਥੇਦਾਰਾਂ ਨੇ ਵੀ ਐਸਜੀਪੀਸੀ ਨੂੰ ਚਿੱਠੀਆਂ ਲਿਖੀਆਂ, ਜੇ ਸੰਬੰਧਿਤ ਬੰਦਿਆਂ ਨੂੰ ਚਿੱਠੀਆਂ ਲਿਖੀਆਂ, ਮੈਂ ਵੀ ਚਿੱਠੀ ਲਿਖੀ ਹੈ, ਪਰ ਇਹਨੂੰ ਵਿਚਾਰਨ ਦੀ ਲੋੜ ਆ। ਉਹਨਾਂ ਨੇ ਬੜੇ ਸਵਾਲ ਖੜੇ ਕੀਤੇ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਧਰਮ ਪਰਿਵਰਤਨ ਦੀ ਗੱਲ ਕਰਦੇ ਹਾਂ, ਸਾਡੇ ਕੋਈ ਕਾਇਦੇ ਕਾਨੂੰਨ ਨਾ ਹੋਣ ਕਰਕੇ ਉਹ ਸਾਡੇ ਤੇ ਮਜ਼ਾਕ ਉਡਾਉਂਦੇ ਨੇ। ਫਿਰ ਦੂਸਰਾ ਉਹਨਾਂ ਨੇ ਹਜ਼ੂਰ ਸਾਹਿਬ ਦੀ ਗੱਲ ਕੀਤੀ ਕਿ ਬੋਰਡ ਬਹੁਤ ਚਿਰ ਦਾ ਭੰਗ ਹੈ, ਉੱਥੇ 5 ਮਹੀਨਿਆਂ ਤੋਂ ਕੋਈ ਗੱਲਬਾਤ ਨਹੀਂ ਹੋ ਰਹੀ। ਆਪਾਂ ਇਹ ਸਾਰੀਆਂ ਗੱਲਾਂ ਜਾਣਨ ਵਾਸਤੇ ਜੋ ਐਸਜੀਪੀਸੀ ਦੀ ਅਗਵਾਈ ਕਰ ਚੁੱਕੇ ਨੇ, ਅਕਾਲੀ ਦਲ ਦੀ ਅਗਵਾਈ ਕਰ ਚੁੱਕੇ ਨੇ, ਸਰਦਾਰ ਗੁਰਪ੍ਰਤਾਪ ਸਿੰਘ ਰਿਆੜ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਸ਼ੁਰੂ ਕਰਦੇ ਹਾਂ। ਰਿਆੜ ਸਾਹਿਬ, ਸਕਰੋਲ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਰਿਆੜ ਸਾਹਿਬ, ਤੁਸੀਂ ਦੇਖੋ, ਤੁਸੀਂ ਅਕਾਲੀ ਦਲ ਦੀ 2.5 ਦਹਾਕੇ ਤੋਂ ਜ਼ਿਆਦਾ ਤੱਕ ਸੇਵਾ ਕੀਤੀ, ਲੰਮਾ ਸਮਾਂ ਐਸਜੀਪੀਸੀ ਦੀ ਵੀ ਸੇਵਾ ਕੀਤੀ। ਤੁਸੀਂ ਹਰ ਕਾਇਦੇ ਤੇ ਹਰ ਕਾਨੂੰਨ ਤੋਂ ਵਾਕਿਫ ਹੋ। ਤੁਸੀਂ ਦੱਸੋ ਵੀ ਜਿਹੜੀ ਕੱਲ ਸਰਦਾਰ ਹਰਪ੍ਰੀਤ ਸਿੰਘ ਜੀ ਨੇ, ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ ਹੈ ਉਹ ਕਿਉਂ ਤੇ ਕਿਵੇਂ ਹੋ ਗਏ? ਜਥੇਦਾਰ ਜੀ, ਮੇਰਾ ਖਿਆਲ ਹੈ ਕਿ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜਣ ਨੂੰ ਤਿਆਰ ਨੇ, ਕਿਉਂਕਿ ਜੇ ਉਹਨਾਂ ਨੂੰ ਅੱਜ ਇਹ ਚੇਤਾ ਆਇਆ ਹੈ ਜੀ ਕਿ ਨਾ ਬਣਾਉਣ ਦਾ ਨਾ ਹਟਾਉਣ ਦਾ ਕੋਈ ਕਿਸੇ ਕਿਸਮ ਦਾ ਕੋਈ ਕਾਇਦਾ ਕਾਨੂੰਨ ਹੀ ਨਹੀਂ ਹੈ, ਜੀ ਜੀ, ਤੇ ਜਿੱਦਣ ਉਹਨਾਂ ਨੂੰ ਬਣਾਇਆ ਗਿਆ ਸੀ ਉਦੋਂ ਉਹਨਾਂ ਨੇ ਉਹ ਗੱਲ ਕਿਉਂ ਨਾ ਕੀਤੀ? ਜੀ ਜੀ। ਨੰਬਰ 2, ਉਹ ਕਹਿੰਦੇ ਬਾਕੀ ਜਥੇਦਾਰਾਂ ਨਾਲ ਵੀ ਇਹੀ ਕੰਮ ਹੁੰਦਾ ਰਿਹਾ ਜੀ। ਤੇ ਜਦੋਂ ਉਹਨਾਂ ਨੂੰ ਇਹ ਪਤਾ ਸੀ ਕਿ ਬਾਕੀਆਂ ਨਾਲ ਜੋ ਹੋਇਆ ਉਹ ਮੇਰੇ ਨਾਲ ਵੀ ਹੋਣਾ ਹੈ,
ਤੇ ਫਿਰ ਇਹਨਾਂ ਨੂੰ ਭਾਈ ਸਾਹਿਬ ਜੀ ਇਹ ਜਿਹੜੀ ਜਗ੍ਹਾ ਹੈ ਇਹਨੂੰ ਮਨਜ਼ੂਰ ਹੀ ਨਹੀਂ ਕਰਨਾ ਚਾਹੀਦਾ। ਬਾਦਲ ਪਰਿਵਾਰ ਨੂੰ ਤੇ ਐਸਜੀਪੀਸੀ ਨੂੰ ਤੇ ਅਕਾਲੀ ਦਲ ਨੂੰ ਹੱਥ ਜੋੜ ਕੇ ਕਹਿਣਾ ਚਾਹੀਦਾ ਸੀ ਜੀ ਵੀ ਮੈਂ ਤੇ ਗ੍ਰੰਥੀ ਠੀਕ ਹਾਂ, ਮੈਂ ਤੇ ਕਥਾ ਕਰਕੇ ਰੋਟੀ ਖਾ ਲਾਂਗਾ, ਮੈਂ ਤੇ ਆਪਣਾ ਟੱਬਰ ਪਾਲ ਲਵਾਂਗਾ, ਬਾਕੀ ਵੀ ਤੇ ਕਰ ਹੀ ਰਹੇ ਨੇ, ਲੇਕਿਨ ਮੈਂ ਇਸ ਜਿਹੜਾ ਕੰਮ ਤੁਸੀਂ ਮੇਰੇ ਕੋਲੋਂ ਮੇਰੇ ਗਲ 'ਤੇ ਅੰਗੂਠਾ ਦੇ ਕੇ ਕਰਵਾਉਣਾ ਹੈ ਉਹ ਮੈਂ ਕਰਨ ਨੂੰ ਤਿਆਰ ਨਹੀਂ। ਜਿਨ੍ਹਾਂ ਨੇ ਕੀਤਾ ਹੈ ਉਹਨਾਂ ਦੀ ਕੀ ਹਾਲਤ ਕੀਤੀ ਆ ਤੁਸੀਂ ਇਹ ਤੁਹਾਡੇ ਸਾਹਮਣੇ। ਪ੍ਰੋਫੈਸਰ ਦਰਸ਼ਨ ਸਿੰਘ ਦੀ ਕੀ ਹਾਲਤ ਕੀਤੀ ਆ, ਵਦੰਤੀ ਦੀ ਕੀ ਹਾਲਤ ਕੀਤੀ ਆ, ਰਣਜੀਤ ਸਿੰਘ ਦੀ ਕੀ ਹਾਲਤ ਕੀਤੀ ਆ, ਗੁਰਬਚਨ ਸਿੰਘ ਦੀ ਕੀ ਹਾਲਤ ਕੀਤੀ ਆ। ਇਸ ਕਰਕੇ ਦੱਸਾਂ ਨਾ ਜੀ, ਇਹ ਹਰਪ੍ਰੀਤ ਸਿੰਘ ਜੀ ਬੁਖਲਾ ਗਏ ਨੇ। ਬਖਲਾਏ ਕਿਉਂ ਨੇ? ਕਿਉਂਕਿ ਇਹਨਾਂ ਦੀ ਗੱਲ ਜਿਹੜੀ ਹੈ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਮੰਨੀ ਨਹੀਂ ਜਾ ਰਹੀ। ਇਹਨਾਂ ਨੇ ਕਿਹਾ ਜੀ ਕਿ ਐਸਜੀਪੀਸੀ ਜਿਹੜੀ ਹੈਗੀ ਆਪਣਾ ਚੈਨਲ ਬਣਾਵੇ ਜੀ, ਬਣ ਗਿਆ ਨਹੀਂ। ਇਹਨਾਂ ਨੇ ਕਿਹਾ ਕਿ ਅਸੀਂ ਰਾਗੀ ਜਿਹੜੇ ਆ ਉਹ ਤੰਤੀ ਸਾਗਾਂ ਵਾਲੇ ਰੱਖਣੇ ਨੇ ਜੀ। ਬਾਹਰਲੇ ਰਾਗੀਆਂ ਦੇ ਕੀ ਕਿਸੇ ਦੀ ਗੱਲ ਕਰਨੀ ਸੀ? ਜਿਹੜੇ ਹਰਮੰਦਰ ਸਾਹਿਬ ਦੇ ਰਾਗੀ ਨੇ ਉਹਨਾਂ ਨੇ ਇਹਨਾਂ ਦੇ ਖਿਲਾਫ ਮੋਰਚਾ ਸ਼ੁਰੂ ਕਰ ਦਿੱਤਾ। ਕੋਈ ਡਿਸਪਲਿਨ ਨਹੀਂ, ਕੋਈ ਜ਼ਿੰਮੇਵਾਰੀ ਨਹੀਂ, ਕੋਈ ਕਿਸੇ ਦੇ ਦਬਾਅ ਨਹੀਂ। ਤੋ ਇਸ ਕਰਕੇ ਦੱਸਾਂ ਨਾ ਜੀ, ਜਿਹੜੇ ਹਰਪ੍ਰੀਤ ਜੀ ਕਹਿ ਰਹੇ ਨੇ ਨਾ ਜੀ, ਇਹਨਾਂ ਨੂੰ ਹੁਣ ਪਤਾ ਹੈ ਕਿ ਹੁਣ ਗੁਰਬਚਨ ਸਿੰਘ ਦੇ ਬਾਅਦ ਮੇਰੀ ਵਾਰੀ ਆ। ਹਾਂ, ਮੈਂ ਤੁਹਾਡੇ ਨਾਲ ਇੱਕ ਗੱਲ ਐਡ ਕਰਦਾ। ਇਹਨਾਂ ਨੂੰ ਇਹ ਵੀ ਗੱਲ ਪੁੱਛਣੀ ਚਾਹੀਦੀ ਸੀ ਕਿ ਮੈਂ ਐਕਟਿੰਗ ਜਥੇਦਾਰ ਕਿਉਂ ਬਣਾ। ਹਾਂ, ਮੈਂ ਉਹੀ ਗੱਲ ਕਰਦਾ। ਮੈਂ ਥੋੜੀ ਜਿਹੀ ਗੱਲ ਇੱਕ ਐਡ ਕਰਦਾ। ਉਹਨਾਂ ਦੀ ਗੱਲਬਾਤ ਤੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜਿਵੇਂ ਆਪਾਂ ਪੁਰਾਣਾ ਬਿਆਨ ਯਾਦ ਕਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਉਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਜਿਹਦਾ ਐਸਜੀਪੀਸੀ ਤੇ ਕਬਜ਼ਾ ਹੈ ਉਹੀ ਅਸਲੀ ਅਕਾਲੀ ਦਲ ਹੈ। ਤੇ ਦੂਸਰਾ, ਹੁਣ ਇਹ 1998 'ਚ ਇਹ ਆਏ ਨੇਗੇ, ਠੀਕ ਹੈ, 4 ਕੁ ਸਾਲ ਹੋ ਗਏ ਨੇ ਇਹਨਾਂ ਨੂੰ, ਤੇ ਉਦੋਂ ਦੇ ਕਾਰਜਕਾਰੀ ਨਹੀਂ। ਮੈਨੂੰ ਤੁਹਾਡੀ ਗੱਲ ਦੇ ਨਾਲ ਮੈਂ ਨਾਲ ਜੋੜਦਾ ਕਿ ਹੁਣ ਲੱਗਦਾ ਵੀ ਸ਼ਾਇਦ ਇਹਨਾਂ ਦੇ ਜਾਣ ਦਾ ਸਮਾਂ ਆ ਗਿਆ, ਸ਼ਾਇਦ ਉਹ ਦਰਦ ਵੀ ਆ ਰਿਹਾ ਸਾਹਮਣੇ, ਸ਼ਾਇਦ ਉਹ ਇਹੀ ਗੱਲਾਂ ਕਰਕੇ ਐਕਸਟੈਂਸ਼ਨ ਚਾਹੁੰਦੇ ਹੋਣਗੇ ਜੀ। ਦੂਸਰਾ ਜਿਹੜਾ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਕਹਿੰਦੇ ਨੇ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਜਦੋਂ ਗੱਲ ਪੂਰੀ ਨਹੀਂ ਹੁੰਦੀ ਤੇ ਉਹ ਫਿਰ ਦੂਜੀ ਜਗ੍ਹਾ ਦੇ ਉੱਤੇ ਕਿਉਂ ਸ਼ਿਫਟ ਕਰਦੇ ਨੇ ਜੀ। ਬਾਕੀ ਜਿਹੜੇ ਹੈਗੇ ਨੇ, ਹੁਣ ਤੁਸੀਂ ਵੇਖ ਲਓ ਜਥੇਦਾਰਾਂ ਦਾ ਕੀ ਕਰੈਕਟਰ ਹੈ। ਜਿਹੜਾ ਪਟਨਾ ਸਾਹਿਬ ਦੇ ਵਿੱਚ ਰਣਜੀਤ ਸਿੰਘ ਗੌਹਰ ਹੈ ਜੀ, ਹਾਂਜੀ, ਉਹਨੇ ਪੰਥ ਦਾ ਤੇ ਆਪਣੇ ਆਪ ਦਾ ਕਿੰਨਾ ਨੁਕਸਾਨ ਕੀਤਾ ਹੈ। ਜਿਹੜਾ ਵੀ ਤੁਸੀਂ ਵੇਖੋ, ਸਾਨੂੰ ਦੂਜੇ ਜਿਹੜੇ ਧਰਮ ਹੈਗੇ ਉਹਨਾਂ 'ਚ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਅਡੋਪਟ ਕਰ ਲੈਣਾ ਚਾਹੀਦਾ, ਉਹਨਾਂ ਨੂੰ ਆਪਣੇ ਕੋਲ ਲੈ ਲੈਣਾ ਚਾਹੀਦਾ ਹੈ ਜੀ। ਸਾਡਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਕਹਿੰਦੇ, ਸਾਂਝ ਕੀਜੇ ਗੁਣਾ ਤੇਰੀ ਛੋੜ ਅਵਗੁਣ ਚੱਲਣਾ ਜੀ। ਅਸੀਂ ਗੁਣਾਂ ਦੀ ਸਾਂਝ ਕਰਨੀ ਆ, ਅਵਗੁਣਾਂ ਦੀ ਨਹੀਂ। ਤੋ ਇਸ ਕਰਕੇ ਜਿਹੜਾ ਈਸਾਈ ਧਰਮ ਹੈ ਜੀ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ ਜੀ, ਉਹਦਾ ਫਾਦਰ ਕਦੀ ਪ੍ਰੈਸ ਦੇ ਸਾਹਮਣੇ ਆਇਆ? ਕਦੀ ਨਹੀਂ ਆਇਆ ਜੀ। ਇਸੇ ਕਰਕੇ ਉਹਦੇ ਕੋਲੋਂ ਸਾਰੇ ਡਰਦੇ ਨੇ, ਇਸੇ ਕਰਕੇ ਉਹਦੇ ਸਾਰਾ ਦਬਾਅ ਮੰਨਦੇ ਨੇ, ਇਸੇ ਕਰਕੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਉਹ ਵੀ ਉਹਦੇ ਅੱਗੇ ਸਿਰ ਝੁਕਾਉਂਦਾ ਹੈ। ਜਦੋਂ ਤੁਸੀਂ ਰੋਜ਼ ਪ੍ਰੈਸ ਵਿੱਚ ਜਾਓਗੇ, ਜਦੋਂ ਤੁਸੀਂ ਰੋਜ਼ ਭਾਈ ਸਾਹਿਬ ਜੀ ਗੱਲਾਂ ਕਰੋਗੇ, ਤੇ ਪ੍ਰੈਸ ਵਾਲੇ ਮੇਰੇ ਜਿਹੜੇ ਸੱਜਣ ਨੇ ਉਹ ਤੁਹਾਡੇ ਮੂੰਹ 'ਚੋਂ ਕੁਛ ਨਾ ਕੁਛ ਉਗਲਾ ਲੈਣਗੇ ਔਰ ਉਹਦਾ ਫਿਰ ਬਾਤ ਦਾ ਪਤੰਗੜ ਬਣਾ ਕੇ ਤੇ ਪੇਸ਼ ਕਰਨਗੇ ਔਰ ਉਹਦਾ ਤੁਹਾਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਇਸ ਕਰਕੇ ਹਰਪ੍ਰੀਤ ਜੀ, ਤੁਸੀਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਪਦਵੀ ਹੈਗੀ ਆ, ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਤਖਤੇ ਦੇ ਉੱਪਰ ਉਹਨੂੰ ਬਿਠਾਉਣਾ ਚਾਹੀਦਾ ਜਿਹੜਾ ਤਖਤੇ ਦੇ ਕਾਬਲ ਹੋਵੇ ਜੀ। ਤੇ ਜੇ ਤੁਸੀਂ ਕਾਬਲ ਨਹੀਂ ਜੇ ਤਾਂ ਤੁਸੀਂ ਛੱਡ ਦਿਓ। ਨਹੀਂ, ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ, ਉਹਨਾਂ ਨੇ ਕੱਲ ਬੋਲਿਆ ਵੀ ਹੈ ਕਿ ਇਹ ਜੋ ਗੱਲ ਕਰ ਰਹੇ ਨੇ ਬਾਦਲਾਂ ਵੱਲੋਂ ਕਰ ਰਹੇ ਨੇ। ਬਾਦਲ ਪਰਿਵਾਰ, ਅਕਾਲੀ ਦਲ ਨਹੀਂ, ਇਕੱਲੇ ਬਾਦਲ ਪਰਿਵਾਰ ਦੇ ਅੰਡਰ ਚੱਲ ਰਿਹਾ ਸਾਰਾ ਕੁਝ। ਇਸੇ ਕਰਕੇ ਮੈਨੂੰ ਲੱਗਦਾ ਕਿ ਵਿਰੋਧ ਉੱਠ ਰਹੇ ਨੇ ਤੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ। ਜਿਹੜੀ ਸੱਚਾਈ ਹੈ ਜੀ ਉਹ ਇਹੀ ਹੈ ਜੀ ਕਿ ਦੇਖੋ, ਮੈਂ ਬਣਤਰ ਦਿਖਾ ਦਿੰਦਾ। ਬਾਦਲ ਸਾਹਿਬ ਸਰਪ੍ਰਸਤ ਜੀ, ਪਿਓ ਹੈ ਜੀ, ਮੁੰਡਾ ਪ੍ਰਧਾਨ ਜੀ ਅਕਾਲੀ ਦਲ ਦਾ ਜੀ, ਉਹਦੀ ਵਾਈਫ ਜਿਹੜੀ ਹੈਗੀ ਆ ਇਸਤਰੀ ਅਕਾਲੀ ਦਲ ਨੂੰ ਜਿਹੜਾ ਹੈਗਾ ਹੋਲਡ ਕਰਦੇ ਆ, ਭਾਵੇਂ ਬੀਬੀ ਜਗੀਰ ਕੌਰ ਜਿਹਨੇ ਕੁੜੀ ਮਾਰੀ ਆ ਜੀ, ਉਹ ਐਸਜੀਪੀਸੀ ਦੀ ਮੈਂਬਰ ਵੀ, ਆਪਣਾ ਪ੍ਰਧਾਨ ਵੀ ਬਣ ਸਕਦੀ ਆ ਤੇ ਅਕਾਲੀ ਦਲ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਵੀ ਬਣ ਸਕਦੀ ਆ। ਲੇਕਿਨ ਉਹਦੇ ਅੱਲੇ ਪੱਲੇ ਕੁਛ ਨਹੀਂ। ਉਹ ਸਾਰੇ ਹਰਸਿਮਰਤ ਜਿਹੜੀ ਬਾਦਲ ਆ ਉਹਦੇ ਕੋਲੋਂ ਡਾਇਰੈਕਸ਼ਨਾਂ ਲੈ ਕੇ ਫਿਰ ਚੱਲਦਾ ਹੈ ਜੀ। ਸਾਲਾ ਜਿਹੜਾ ਹੈ ਉਹ ਯੂਥ ਦੇ ਉੱਤੇ ਕੰਟਰੋਲ ਕਰੀ ਜਾਂਦਾ ਹੈ
ਤੇ ਫਿਰ ਜਗ੍ਹਾ ਕਿਹੜੀ ਕਿਹਨੂੰ ਕਹੀਏ? ਇਹ ਪਰਿਵਾਰ ਤੇ ਬਾਦਲ ਦਾ ਹੀ ਆ ਨਾ ਜੀ। ਜਾਂ ਤੇ ਕਹਿ ਦੇਣ ਵੀ ਇਹ ਰਿਆੜ ਪਰਿਵਾਰ ਆ, ਇਹ ਗਿੱਲ ਪਰਿਵਾਰ ਆ, ਇਹ ਆਪਣਾ ਆਪਣਾ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਪਰਿਵਾਰ ਆ। ਗੱਲ ਸਿਰਫ ਇੰਨੀ ਆ ਕਿ ਇਹਨਾਂ ਨੇ ਕਬਜ਼ਾ ਕੀਤਾ ਹੈ। ਕਬਜ਼ਾ ਕਿਉਂ ਕੀਤਾ ਹੈ? ਕਿ ਜਿਹੜਾ ਕਬਜ਼ਾ SGPC ਤੇ ਹੈ ਉਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ। ਢੀਂਡਸਾ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਅੱਜ ਅਸਲੀ ਅਕਾਲੀ ਦਲ ਨਹੀਂ ਆ। ਰਵਿੰਦਰ ਸਿੰਘ ਜੀ ਦਾ ਜਿਹੜਾ 1920 ਅਕਾਲੀ ਦਲ ਉਹ ਅਸਲੀ ਅਕਾਲੀ ਦਲ ਨਹੀਂ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਦਲ ਆ ਉਹਨੂੰ ਅਸਲੀ ਅਕਾਲੀ ਦਲ ਨਹੀਂ ਕਿਹਾ ਜਾਂਦਾ। ਇਸ ਕਰਕੇ ਬਾਦਲ ਪਰਿਵਾਰ ਦੀ ਵੀ ਮਜਬੂਰੀ ਹੈ ਕਿ ਉਹ SGPC ਨੂੰ ਆਪਣੇ ਕੰਟਰੋਲ 'ਚ ਰੱਖਣ। ਤੁਹਾਨੂੰ ਪਤਾ ਕਿ 2 ਸੰਵਿਧਾਨਾਂ ਵਾਸਤੇ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਹੋਇਆ ਹੈ। ਬਾਦਲ ਸਾਹਿਬ ਦੀ, ਸੁਖਬੀਰ ਸਿੰਘ ਦੀ ਤੇ ਦਲੀਪ ਸਿੰਘ ਚੀਮਾ ਦੀਆਂ ਜ਼ਮਾਨਤਾਂ ਹੋਈਆਂ ਨੇ। ਤੋ ਇਸ ਕਰਕੇ ਦੱਸਾਂ ਨਾ ਜੀ, ਜਿਹੜੀ ਇਹ ਸਾਰੀ ਗੱਲ ਹੈਗੀ ਆ ਉਹ ਇਹ ਆ ਕਿ ਜਸਟਿਸ ਡਿਲੇ ਆ, ਜਸਟਿਸ ਡਿਨਾਈ ਆ। ਕਿੰਨੇ ਸਾਲ ਹੋ ਗਏ ਉਹ ਕੇਸ ਨੂੰ ਚੱਲਦੇ ਆ, ਅਜੇ ਤੱਕ ਉਹ ਚੱਲੀ ਜਾ ਰਿਹਾ। ਤੋ ਇਸ ਕਰਕੇ ਦੱਸਾਂ ਨਾ ਜਿਹੜਾ ਸਾਡਾ ਹਿੰਦੁਸਤਾਨ ਦਾ ਸਿਸਟਮ ਹੈ ਉਹਦੇ ਵਿੱਚ ਇਹ ਹੈਗਾ। ਬਾਕੀ ਇੱਥੇ ਹੀ ਨਹੀਂ, ਹਰ ਪਾਰਟੀ ਦੇ ਵਿੱਚ ਜਿਹੜੀਆਂ ਨਾ ਜੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ। ਅੱਜ ਰਾਹੁਲ, ਪ੍ਰਿੰਕਾ ਤੇ ਸੋਨੀਆ ਗਾਂਧੀ ਤੋਂ ਬਗੈਰ ਕਾਂਗਰਸ 'ਚ ਕੁਛ ਨਹੀਂ ਹੋ ਸਕਦਾ। ਸ਼ਾਹ ਤੇ ਮੋਦੀ ਸਾਹਿਬ ਤੋਂ ਬਗੈਰ BJP 'ਚ ਕੁਛ ਨਹੀਂ ਹੋ ਸਕਦਾ। ਤੇ ਆਪਣਾ ਜਿਹੜੇ ਤੁਹਾਡਾ ਯਾਦਵ ਪਰਿਵਾਰ ਨੇ ਉਹਨਾਂ ਦੇ ਖਿਲਾਫ ਭਾਈ ਸਾਹਿਬ ਜੀ ਜਿਹੜਾ ਹੈਗਾ ਕੁਛ ਨਹੀਂ ਹੋ ਸਕਦਾ ਜੀ। ਤੇ ਲਾਲੂ ਯਾਦਵ ਦੇ ਪਰਿਵਾਰ ਤੋਂ ਬਗੈਰ ਬਿਹਾਰ ਨਹੀਂ ਚੱਲ ਸਕਦਾ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਪਰਿਵਾਰਵਾਦ ਪਾਰਟੀਆਂ ਤੇ ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਦਮ ਭਰਦੀਆਂ ਨੇ ਉੱਥੇ ਪਰਿਵਾਰਵਾਦ ਹਾਵੀ ਹੈ ਜਾਂ ਕੁਝ ਪਰਸਨ ਹਾਵੀ ਨੇ। ਕਹਿਣ ਦਾ ਮਤਲਬ ਹੁਣ ਇੱਕ ਵੱਡੀ ਸਿੱਖ ਕੌਮ ਦੀ ਗੱਲ ਹੋ ਰਹੀ ਹੈ, ਉਸ ਅਕਾਲ ਤਖਤ ਦੀ ਗੱਲ ਹੋ ਰਹੀ ਹੈ ਜਿੱਥੋਂ ਸਿੱਖ ਕੌਮ ਸੇਧ ਲੈਂਦੀ ਹੈ ਜਾਂ ਮੰਨਿਆ ਜਾਂਦਾ ਹੈ ਕਿ ਉੱਥੋਂ ਜਿਹੜਾ ਹੁਕਮ ਆ ਗਿਆ ਜਾਂ ਉੱਥੋਂ ਜਿਹੜੀ ਗੱਲ ਆ ਗਈ ਉਹ ਧੁਰੋਂ ਆਈ ਗੱਲ ਮੰਨੀ ਜਾਂਦੀ ਹੈ। ਹੁਣ ਸਵਾਲ ਇਹ ਪੈਦਾ ਹੋ ਗਏ ਨੇ, ਜਿਹੜੇ ਸਵਾਲ ਉਠਾਏ ਨੇ ਹਰਪ੍ਰੀਤ ਸਿੰਘ ਹੋਰਾਂ ਨੇ, ਉਸ ਸੀਟ ਤੇ ਬੈਠ ਕੇ ਜ਼ਿੰਮੇਵਾਰੀ ਨਾਲ ਸਿੱਖ ਕੌਮ ਤਾਂ ਮੰਨੇਗੀ ਜੋ ਉਹਨਾਂ ਨੇ ਬੋਲਿਆ, ਵੀ ਉਹ ਕਿਤੇ ਨਾ ਕਿਤੇ ਗੱਲ ਉਹਨਾਂ ਨੇ ਤੋਰਤੀ ਲੋਕਾਂ ਦੇ ਵਿੱਚ, ਸੰਗਤ ਵਿੱਚ ਤੋਰ ਦਿੱਤੀ ਹੈ। ਕੱਲ੍ਹ ਨੂੰ ਵਿਦਵਾਨ ਜਾਂ ਸੰਗਤ ਇਹ 'ਤੇ ਫੈਸਲਾ ਲਵੇ ਜਾਂ ਇੱਕ ਸਵਾਲ ਪੈਦਾ ਹੋ ਗਿਆ ਕਿ ਸੰਗਤ ਨੂੰ ਫੇਰ ਅੱਗੇ ਆ ਕੇ ਗੱਲ ਕਰਨੀ ਚਾਹੀਦੀ, ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਵੀ ਸੰਗਤ ਗੁਰੂ। ਇਸ ਤਰ੍ਹਾਂ ਹੈਗਾ ਜੀ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ, ਵਾਜਬ ਹੈ, ਪਰ ਸਿਰਫ ਇੰਨੀ ਇੱਕ ਗੱਲ ਹੈਗੀ ਆ ਕਿ ਇਹ ਸਿਸਟਮ ਜਿਹੜਾ ਹੈਗਾ ਇਹ ਅੱਜ ਦਾ ਨਹੀਂ ਆ ਜਥੇਦਾਰਾਂ ਨੂੰ ਅਪੁਆਇੰਟ ਕਰਨ ਦਾ। ਅਕਾਲੀ ਫੂਲਾ ਸਿੰਘ ਵੀ ਜਿਹੜੇ ਹੈਗੇ ਨੇ ਉਹ ਜਥੇਦਾਰ ਰਹੇ ਨੇ ਜੀ, ਰਹੇ ਨੇ, ਔਰ ਉਹਨਾਂ ਨੇ ਕਦੀ ਵੀ ਇੱਕ ਸਿੰਗਲ ਨਵਾਂ ਪੈਸਾ ਨਾ ਤੇ ਗੁਰੂ ਦੀ ਗੋਲਕ ਚੋਂ ਜੀ ਔਰ ਨਾ ਹੀ ਮਹਾਰਾਜਾ ਰਣਜੀਤ ਸਿੰਘ ਕੋਲੋਂ ਕਦੀ ਇੱਕ ਸਿੰਗਲ ਨਵਾਂ ਪੈਸਾ ਨਹੀਂ ਲਿਆ ਜੀ। ਔਰ ਨਾਲ ਉਹਨਾਂ ਨੇ ਆਪਣੀ ਫੌਜ ਰੱਖੀ ਸੀ। ਜਿੱਥੇ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਗੱਡਾ ਅੜ ਜਾਂਦਾ ਸੀ ਨਾ ਜੀ, ਉੱਥੇ ਉਹ ਜਾ ਕੇ ਉਹਦੀ ਸਹਾਇਤਾ ਕਰਕੇ ਉਹਨੂੰ ਉੱਥੇ ਜਿੱਤ ਪ੍ਰਾਪਤ ਕਰਕੇ ਦਿੰਦੇ ਸੀ। ਔਰ ਇੰਨੀ ਜ਼ਰੂਰਤ ਸੀ ਉਹਦੇ 'ਚ ਕਿ ਮਹਾਰਾਜਾ ਹੁੰਦਿਆਂ ਹੋਇਆਂ ਉਹਨਾਂ ਨੇ ਉਹਨਾਂ ਨੂੰ ਅਕਾਲ ਤਖਤ 'ਤੇ ਸੱਦਿਆ ਔਰ ਕੋੜੇ ਮਾਰੇ। ਉਹਨਾਂ ਨੇ ਦਾੜਾ ਜਿਹੜਾ ਹੈਗਾ ਉਹਨੂੰ ਰੰਗਣ ਦੀ ਗੱਲ ਕੀਤੀ। ਔਰ ਉੱਥੇ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁੱਛਿਆ ਗਿਆ, ਉਹ ਕਹਿੰਦਾ ਕਹਿ ਦਿਓ ਕਾਣੇ ਢੱਗੇ ਨੂੰ ਕਿਉਂ ਕਾਲੇ ਕਰਦਾ ਬੱਗੇ ਨੂੰ, ਜੇ ਇੱਕ ਦਿਨ ਸਭ ਨੇ ਮਰਨਾ ਹੈ ਤੇ ਮੂੰਹ ਕਾਲਾ ਕਿਉਂ ਕਰਨਾ ਹੈ। ਇਹੋ ਜਿਹੀ ਜ਼ਰੂਰਤ ਵਾਲੇ ਜਿਹੜੇ ਜਥੇਦਾਰ ਸੀ ਨਾ ਜੀ, ਉਹਨਾਂ ਨੂੰ ਜਥੇਦਾਰੀ ਕਰਨੀ ਚਾਹੀਦੀ ਆ, ਨਾ ਕਿ ਜਿਹੜੇ ਬਾਦਲ ਸਾਹਿਬ ਦੇ ਘਰ ਆ ਕੇ ਸੌਦਾ ਸਾਧ ਨੂੰ ਜਿਹੜਾ ਹੈਗਾ ਮਾਫੀ ਦੇ ਦੇਣ। ਔਰ ਮਾਫੀ ਦੇ ਕੇ ਜਦੋਂ ਪੰਥ ਉੱਠ ਖੜਾ ਹੋਵੇ ਤੇ ਭਾਈ ਸਾਹਿਬ ਜੀ ਉਹ ਪੰਜੇ ਸਿੰਘ ਸਾਹਿਬਾਨ ਕਹਿਣ ਜੀ ਅਸੀਂ ਤਾਂ ਮਾਫੀ ਦਿੱਤੀ ਨਹੀਂ। ਮੈਂ ਪੁੱਛਣਾ ਚਾਹੁੰਦਾ, ਜੇ ਮਾਫੀ ਦਿੱਤੀ ਨਹੀਂ, 90 ਲੱਖ ਰੁਪਈਆ ਇਹਨਾਂ ਨੇ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਆ ਪ੍ਰਿੰਟ ਤੇ ਜਿਹੜਾ ਇਲੈਕਟ੍ਰਿਕ ਮੀਡੀਆ ਹੈਗਾ ਇਹਨਾਂ ਨੂੰ ਦਿੱਤਾ, ਉਹਦੀ ਭਰਪਾਈ ਕੌਣ ਕਰੇਗਾ? ਕੀ ਗੁਰਬਚਨ ਸਿੰਘ ਕਰੇਗਾ? ਕੀ ਇਕਬਾਲ ਸਿੰਘ ਕਰੇਗਾ? ਪ੍ਰਕਾਸ਼ ਸਿੰਘ ਬਾਦਲ ਕਰੇਗਾ? ਜਾਂ ਧਾਮੀ ਸਾਹਿਬ ਕਰਨਗੇ? ਪੰਥ ਦਾ ਪੈਸਾ, ਪੰਥ ਦੀ ਗੋਲਕ ਦੇ ਵਿੱਚੋਂ ਦਾ ਪੈਸਾ, ਜਿਹਨੂੰ ਗੁਰੂ ਸਾਹਿਬ ਜੀ ਜ਼ਹਿਰ ਕਹਿੰਦੇ ਨੇ, ਜਿਹਨੂੰ ਗੁਰੂ ਸਾਹਿਬ ਜੀ ਰੋੜ ਦਿੰਦੇ ਨੇ, ਉਹ ਪੈਸੇ ਨੂੰ ਭਾਈ ਸਾਹਿਬ ਜੀ ਇਹਨਾਂ ਨੇ ਵਰਤ ਕੇ ਔਰ ਆਪਣੀਆਂ ਚੋਣਾਂ ਜਿੱਤਣ ਵਾਸਤੇ ਇਹ ਸਾਰਾ ਜਿਹੜਾ ਪ੍ਰਪੰਚ ਰਚਿਆ ਔਰ ਉਹਦਾ ਇਹਨਾਂ ਨੂੰ ਰਿਜ਼ਲਟ ਮਿਲ ਰਿਹਾ। ਜਿਹੜਾ ਵੀ ਆਦਮੀ ਗੁਰੂ ਵੱਲ ਪਿੱਠ ਕਰੇਗਾ, ਇਹਨਾਂ ਨੇ ਸਾਰੇ ਰੂੜੀਆਂ 'ਚ, ਗਲੀਆਂ 'ਚ, ਬਾਜ਼ਾਰਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹਦੇ ਪੱਥਰੇ ਰੋਲ ਦਿੱਤੇ। ਨਿਰੰਕਾਰੀਆਂ ਕੋਲ ਸਾਨੂੰ ਮਰਵਾ ਦਿੱਤਾ, ਆਸ਼ੂਤੋਸ਼ ਕੋਲ ਸਾਨੂੰ ਮਰਵਾ ਦਿੱਤਾ, ਗੁਰਦਾਸਪੁਰ ਦੇ ਵਿੱਚ ਸਾਨੂੰ ਮਰਵਾ ਦਿੱਤਾ, ਆ ਹੁਣ ਜਿੱਥੇ ਮੋਰਚੇ 'ਤੇ ਬੈਠੇ ਹੋਏ ਉੱਥੇ ਸਾਨੂੰ ਮਰਵਾ ਦਿੱਤਾ, ਸਰਸੇ ਸਾਧ ਵਾਲਿਆਂ ਕੋਲ ਸਾਨੂੰ ਮਰਵਾ ਦਿੱਤਾ। ਔਰ ਕੇਸ ਵਾਪਸ ਲੈ ਰਹੇ ਨੇ ਉਹਨਾਂ ਦੇ।
ਇਹਨਾਂ ਦੀ ਸਰਕਾਰ ਆ। ਇਹ ਜੋ ਕਹਿੰਦੇ ਨੇ ਹੁਣ ਬੰਦੀ ਸਿੰਘਾਂ ਨੂੰ ਛਡਾਉਣਾ ਹੈ, ਜਦੋਂ ਇਹਨਾਂ ਦੀ ਸਰਕਾਰ ਸੀਗੀ 15 ਸਾਲ ਰਹੀ, 97 ਤੇ ਵੀ ਰਹੀ ਤੇ 2 ਵਾਰੀ ਇਕੱਠੀ ਵੀ ਰਹੀ, ਉਦੋਂ ਕਿਉਂ ਨਹੀਂ ਬੰਦੀ ਸਿੰਘਾਂ ਦੀ ਯਾਦ ਆਈ? ਉਦੋਂ ਕਿਉਂ ਨਹੀਂ ਚੰਡੀਗੜ੍ਹ ਦੀ ਯਾਦ ਆਈ? ਉਦੋਂ ਕਿਉਂ ਨਹੀਂ ਪੰਜਾਬੀ ਬੋਲਿਆਂ ਦੀ ਅਲੱਗ ਹੈ ਜੀ? ਉਦੋਂ ਕਿਉਂ ਨਹੀਂ ਪਾਣੀ ਦੀ ਯਾਦ ਆਈ? ਇਹ ਰਿਆੜ ਸਾਹਿਬ ਗੱਲ ਇਹ ਹੋਈ ਕਿ ਹੁਣ ਗੱਲ ਗੁਰੂ ਸਾਹਿਬ ਜਿਹਨੂੰ ਕਹਿੰਦੇ ਨੇ ਕਿ ਸੰਗਤ ਕੋਲੇ ਆ ਗਈ ਹੈ, ਤੇ ਜਥੇਦਾਰ ਸਾਹਿਬ ਨੇ ਚਾਹੇ ਮਜਬੂਰੀ 'ਚ ਕਿਹਾ, ਚਾਹੇ ਇੱਕ ਲਾਚਾਰੀ 'ਚ ਕਿਹਾ, ਤੇ ਚਾਹੇ ਇੱਕ ਮਾਹੌਲ ਬਣੇ ਤੋਂ ਕਿਹਾ ਕਿ ਉਹ ਲੱਗਦਾ ਕਿ ਉਹਨਾਂ ਦੀ ਗੱਲਬਾਤ ਉਹ ਜਾਣ ਵਾਲੇ ਨੇ, ਜਿਵੇਂ ਤੁਹਾਡੇ ਹਾਲਾਤ ਇਸ਼ਾਰਾ ਕੀਤਾ ਤੁਸੀਂ। ਹੁਣ ਗੱਲ ਸੰਗਤ ਤੇ ਆ ਗਈ, ਸੰਗਤ ਨੇ ਫੈਸਲਾ ਕਰਨਾ, ਸੰਗਤ ਕਿਹਨਾਂ ਨੂੰ ਕਰਦੀ ਹੈ। ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਦੀ ਸਾਹਿਬ ਦੀ ਕੋਈ ਨਿਯਮ ਬਣਦੇ ਨੇ, ਕਾਇਦੇ ਬਣਦੇ ਨੇ, ਉਹ ਉਸ ਗੱਲ ਤੇ ਛੱਡਦੇ। ਹੁਣ ਆਪਾਂ ਦੂਸਰੇ ਹਿੱਸੇ 'ਚ ਆਉਂਦੇ ਹਾਂ। ਤੁਸੀਂ ਅਕਾਲੀ ਦਲ ਦੇ ਵਿੱਚ ਵੀ 2.5 ਦਹਾਕੇ ਤੋਂ ਜ਼ਿਆਦਾ ਸਮਾਂ ਕੰਮ ਕੀਤਾ ਹੈ। ਹੁਣ ਜਿੱਥੇ ਅਕਾਲੀ ਦਲ ਪੰਜਾਬ ਦੀ ਇੱਕ ਪੰਥਕ ਪਾਰਟੀ ਹੈ, ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ, ਉਹ ਕਿਤੇ ਅਕਾਲੀ ਦਲ 1920 ਦੀ ਗੱਲ ਕਰੀਏ, ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨੀ ਸ਼ਹਾਦਤਾਂ ਦਿੱਤੀਆਂ, ਸਿੱਖ ਕੌਮ ਨੂੰ ਅੱਗੇ ਰੱਖਿਆ। ਹੁਣ ਅਕਾਲੀ ਦਲ ਪਰਿਵਾਰਵਾਦ ਦੇ ਵਿੱਚ ਕੁਝ ਜ਼ਿਆਦਾ ਗਲਤਾਨ ਹੋ ਗਈ, ਉਹਦਾ ਨੁਕਸਾਨ ਸਿੱਖ ਕੌਮ ਨੂੰ ਪੈ ਰਿਹਾ। ਇਸ ਤਰ੍ਹਾਂ ਹੈਗਾ ਜੀ ਕਿ ਜਿਹੜਾ ਸਿੱਖੀ ਹੈ ਨਾ ਜੀ, ਜਿਹੜਾ ਸਿੱਖ ਹੈ ਜੀ, ਉਹਨੇ, ਤੁਸੀਂ ਵੇਖੋ ਗੁਰੂ ਸਾਹਿਬ ਨੇ ਸਾਨੂੰ ਇੱਕ ਬਹੁਤ ਵਧੀਆ ਆਈਡੀਆ ਦਿੱਤਾ ਹੈ ਕਿ ਸਿੱਖ ਜੇ ਐਂ ਕਰਦਾ ਨਾ ਜੀ, ਐਂ ਕਰਦਾ ਤੇ ਉਹਦਾ ਕੜਾ ਪਿੱਛੇ ਜਾਂਦਾ ਹੈ ਜੀ। ਜੇ ਸਿੱਖ ਐਂ ਕਰਦਾ ਤਾਂ ਉਹਦਾ ਕੜਾ ਅੱਗੇ ਆਉਂਦਾ ਹੈ ਜੀ। ਸਿੱਖੀ ਤਾਂ ਹੀ ਅੱਗੇ ਆਏਗੀ ਜੇ ਕੋਈ ਦੇਵੇਗਾ, ਸੈਕਰੀਫਾਈਸ ਕਰੇਗਾ। ਤੇ ਜੀ, ਜੇ ਸਿੱਖ ਸੈਕਰੀਫਾਈਸ ਨਹੀਂ ਕਰਦਾ ਤੇ ਮੇਰਾ ਖਿਆਲ ਆ ਕਿ ਉਹ ਸਿੱਖ ਕਦੀ ਵੀ ਸਿੱਖੀ ਦਾ ਭਲਾ ਨਹੀਂ ਕਰ ਸਕਦਾ। ਅੱਜ ਵੀ ਜੇਕਰ ਫਰਜ਼ ਕੀਤਾ ਇਹਨਾਂ ਨੇ ਕੋਈ ਗੱਲ ਕਰਨੀ ਆ ਤੇ ਕੋਈ ਗੱਲ ਨਹੀਂ ਹੈਗੀ। ਸਰਦਾਰ ਸੁਖਬੀਰ ਸਿੰਘ ਜਿਹੜੇ ਹੈਗੇ ਨੇ ਉਹ ਕਹਿ ਦੇਣ ਜੀ ਆ ਮੇਰਾ ਅਕਾਲ ਤਖ਼ਤ ਤੇ ਜਾ ਕੇ ਜਥੇਦਾਰ ਜੀ ਨੂੰ ਕਹਿ ਦੇਣ ਪਿਆ ਲਓ ਜੀ ਮੇਰਾ ਰਿਜ਼ਾਈਨ ਜੀ, ਠੀਕ ਹੈ ਜੀ। ਔਰ ਜਿਹੜਾ ਇਹ ਕਹਿੰਦੇ ਨੇ ਜੀ ਕਿ ਕਈ ਮੇਰੇ ਅਕਾਲੀ ਲੀਡਰ ਕਹਿੰਦੇ ਨੇ ਜੀ ਵੀ ਸਾਰਿਆਂ ਨੂੰ ਸੱਦ ਕੇ ਨਾ ਜੀ ਤੇ ਇਕੱਠਾ ਕਰਕੇ ਇੱਕ ਅਕਾਲੀ ਦਲ ਕਰ ਦੇਣਾ ਚਾਹੀਦਾ। ਇਹ ਤਜਰਬਾ ਫੇਲ ਹੋ ਚੁੱਕਾ ਹੈ ਜੀ। ਇਹ ਤਜਰਬਾ ਜਿਹੜਾ ਫੇਲ ਹੋ ਚੁੱਕਾ ਹੈ। ਉਹਦੇ ਵਿੱਚੋਂ ਹੀ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਜਿਹੜਾ ਨਾ ਜੀ, ਉਹ ਜਿਹਨੂੰ ਅਕਾਲੀ ਦਲ ਅੰਮ੍ਰਿਤਸਰ ਕਹਿੰਦਾ ਨਾ ਜੀ, ਉਹ ਇਹ ਜਿਹੜਾ ਗੱਲ ਹੋਈ ਸੀ ਆਨੰਦਪੁਰ ਸਾਹਿਬ ਦੇ ਮਤੇ ਤੇ ਜੀ, ਆਨੰਦਪੁਰ ਸਾਹਿਬ ਦੇ ਮਤੇ ਤੋਂ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭੱਜੇ ਨੇ ਜੀ। ਅੱਜ ਅਕਾਲੀ ਅਗਰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਹਿੰਦੇ ਰਹੇ ਵੀ ਬਾਦਲ ਸਾਹਿਬ ਸਾਰੀਆਂ ਸਟੇਟਾਂ ਜਿਹੜੀਆਂ ਨਾ ਜੀ ਉਹ ਚਾਹੁੰਦੀਆਂ ਨੇ ਕਿ ਸਟੇਟਾਂ ਨੂੰ ਵੱਧ ਅਧਿਕਾਰ ਮਿਲੇ, ਫੈਡਰਲ ਢਾਂਚਾ ਜਿਹੜਾ ਨਾ ਜੀ ਉਹ ਲਾਗੂ ਹੋਵੇ ਜੀ, ਤੁਸੀਂ ਇਹਦੇ ਗਾਈਡ ਬਣੋ, ਤੁਸੀਂ ਇਹਦੇ ਲਾੜੇ ਬਣੋ, ਬਾਕੀਆਂ ਨੂੰ ਆਪਣੀ ਬਰਾਤ ਵਿੱਚ ਇਕੱਠਾ ਕਰਕੇ ਤੇ ਸੈਂਟਰ ਨਾਲ ਲੜੋ। ਤੁਸੀਂ ਨੈਸ਼ਨਲ ਨਹੀਂ ਇੰਟਰਨੈਸ਼ਨਲ ਲੀਡਰ ਜਿਹੜੇ ਉਹ ਬਣ ਜਾਓਗੇ। ਲੇਕਿਨ ਬਾਦਲ ਸਾਹਿਬ ਨੇ ਬੀਜੇਪੀ ਨਾਲ ਯਾਰੀ ਪਾ ਕੇ ਸਿਰਫ ਆਪਣੀ ਕੁਰਸੀ ਵੇਖੀ, ਪੰਥ ਨਹੀਂ ਵੇਖਿਆ, ਪੰਜਾਬ ਨਹੀਂ ਵੇਖਿਆ, ਪੰਜਾਬੀਅਤ ਨਹੀਂ ਵੇਖੀ। ਅਕਾਲੀ ਦਲ ਦਾ ਭੋਗ ਤੇ ਮੋਗੇ ਦੀ ਰੈਲੀ 'ਚ ਪੈ ਗਿਆ ਸੀ ਜੀ। ਹੁਣ ਭੋਗ ਪੱਕਾ ਅਕਾਲੀ ਦਲ ਦਾ? ਹੁਣ ਤੇ ਜਿਹੜਾ ਜੀ ਅਕਾਲੀ ਦਲ ਬਾਦਲ, ਜਿਹੜਾ ਅਕਾਲੀ ਦਲ 1920 'ਚ ਬਣਿਆ ਸੀ ਜੀ, ਉਹ ਅਕਾਲੀ ਦਲ ਦਾ ਭੋਗ ਇਹਨਾਂ ਨੇ ਜਿਹੜਾ ਹੈਗਾ ਜੀ ਉੱਥੇ ਪਾਤਾ, ਮੋਗੇ ਪਾਤਾ ਜੀ। ਇਹ ਤੇ ਹੁਣ ਜਾਣ ਕੇ ਕਹੀ ਜਾਂਦੇ ਅਕਾਲੀ ਦਲ ਤੇ ਹੈ ਨਹੀਂ, ਇਹ ਅਕਾਲੀ ਦਲ ਬਾਦਲ ਹੈ। ਇਹ ਅਕਾਲੀ ਦਲ ਬਾਦਲ ਆ ਕਿਉਂਕਿ ਉਸ ਅਕਾਲੀ ਦਲ ਦੇ ਵਿੱਚ ਦਾੜੀ ਕੇਸਾਂ ਤੋਂ ਬਗੈਰ ਕੋਈ ਆਦਮੀ ਜਿਹੜਾ ਮੈਂਬਰ ਹੀ ਨਹੀਂ ਸੀ ਬਣ ਸਕਦਾ ਜੀ। ਤੇ ਹੁਣ ਭਾਈ ਸਾਹਿਬ ਜੀ ਗੁਜਰਾਲ ਸਾਹਿਬ ਦੇ ਕਿੱਥੇ ਨੇ, ਸ਼ਰਮਾ ਕੇ ਸ਼ਰਮੇ ਦੇ ਕਿੱਥੇ ਨੇ, ਜਾਂ ਬਾਕੀ ਹੋਰ ਜਿਹੜੇ ਨੇ ਉਹਨਾਂ ਦੇ ਕਿੱਥੇ ਨੇ? ਇਸ ਕਰਕੇ ਦੱਸਾਂ ਨਾ ਜੀ, ਇਹਨਾਂ ਨੂੰ ਪੰਜਾਬੀ ਪਾਰਟੀ ਬਣਾਤਾ। ਹੁਣ ਅਕਾਲੀ ਦਲ ਨਹੀਂ ਆ, ਪੰਜਾਬੀ ਪਾਰਟੀ ਆ। ਇਹ ਤੇ ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ SGPC ਦੱਸੇ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੀ ਕਦੀ ਅਖੰਡ ਪਾਠ ਹੋਇਆ? ਇਹਨਾਂ ਨੇ ਹਰਿਮੰਦਰ ਸਾਹਿਬ 'ਚ 20 ਜਗ੍ਹਾ ਦੇ ਉੱਤੇ ਅਖੰਡ ਪਾਠ ਹੁੰਦੇ ਨੇ ਜੀ। ਮੈਂ ਪੁੱਛਣਾ ਚਾਹੁੰਦਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਨਗਰ ਕੀਰਤਨ ਨਿਕਲਿਆ ਜੀ? ਮੈਂ ਪੁੱਛਣਾ ਚਾਹੁੰਦਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੋਈ ਸੰਤ ਹੋਇਆ? ਜਿਨ੍ਹਾਂ ਨੇ ਖੋਪੜਾ ਲਵਾਇਆ ਉਹ ਸੰਤ ਹੈ, ਜਿਨ੍ਹਾਂ ਦਾ ਬੰਦ ਕੱਟਿਆ ਗਿਆ ਉਹ ਸੰਤ ਹੈ, ਜਿਨ੍ਹਾਂ ਦਾ ਚਰਖੜੀ ਦੇ ਚੜੇ ਉਹ ਸੰਤ ਹੈ, ਜਿਨ੍ਹਾਂ ਦੀ ਪੁੱਠੀ ਖਾਤਲ ਸੀ ਉਹ ਸੰਤ ਹੈ, ਜਿਨ੍ਹਾਂ ਨੇ ਭਾਈ ਸਾਹਿਬ ਜੀ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਉਹ ਸੰਤ ਹੈ, ਜਿਹੜੇ ਆਪਣਾ ਸੀਸ ਤਲੀ ਤੇ ਰੱਖ ਕੇ ਲੜਦੇ ਰਹੇ ਉਹ ਸੰਤ ਨੇ। ਇਹ ਸਾਰਾ ਜਿਹੜਾ ਸੰਤਵਾਦ ਹੈ ਨਾ ਜੀ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਸਿੱਖ ਧਰਮ 'ਚ ਕੋਈ ਸੰਤ ਨਹੀਂ ਹੈ ਜੀ। ਸੰਤ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਸੰਗਤ ਹੈ ਜੀ। ਇਸ ਕਰਕੇ ਦੱਸਾਂ ਨਾ ਜੀ, ਇਹਨਾਂ ਨੇ ਇਹ ਗੋਲ ਪੱਗਾਂ ਤੇ ਚੋਲੇ, ਜਿਨ੍ਹਾਂ ਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਮਤਲਬ
ਜਿਹੜਾ ਭੇਖ ਦਿਖਾਇਆ ਜਗਤ ਕੋ ਲੋਗੁਨ ਕੋ ਬਸ ਕੀਨ, ਕਹਿੰਦਾ ਤੂੰ ਭੇਖ ਬਣਾ ਲਿਆ ਹੈ, ਤੇਰੇ ਅੰਦਰ ਕੁਛ ਨਹੀਂ ਹੈ। ਬਗਲਾ ਵੀ ਭੇਖ ਬਣਾਉਂਦਾ ਹੈ, ਅੱਖਾਂ ਮੀਟ ਲੈਂਦਾ ਇੱਕ ਲੱਤ ਤੇ ਖੜਾ ਹੋ ਕੇ, ਲੇਕਿਨ ਜਦੋਂ ਡੱਡੀ ਆਉਂਦੀ ਉਦੋਂ ਉਹਨੂੰ ਫੜ ਲੈਂਦਾ। ਹਾਂ ਚਲੋ ਇੱਕ ਗੱਲ ਦੱਸੋ ਕਿ ਅਕਾਲੀ ਦਲ ਦੇ ਵਿੱਚ ਹੁਣ ਨਵੀਆਂ ਤਰਮੀਮਾਂ ਕਰ ਦਿੱਤੀਆਂ, ਹਾਲਾਂਕਿ 2 ਵਿਧਾਨਾਂ ਦੀ ਗੱਲ ਤਾਂ ਪਹਿਲਾਂ ਹੀ ਕੋਰਟ ਦੇ ਵਿੱਚ ਹੈ, ਅਦਾਲਤ ਦੇ ਵਿੱਚ ਹੈ। ਹੁਣ ਸੁਖਬੀਰ ਸਿੰਘ ਬਾਦਲ ਜਿਹੜਾ ਇੱਕ ਮਸਲਾ ਚੱਲਿਆ ਸੀਗਾ ਵੀ ਅਕਾਲੀ ਦਲ ਦਾ ਪ੍ਰਧਾਨ ਬਦਲੋ, ਝੁੰਡਾ ਕਮੇਟੀ ਬਣੀ, 42 ਕਾਇਦੇ ਕਾਨੂੰਨ ਆਏ ਵੀ ਉਹਨਾਂ ਹਿਸਾਬ ਨਾਲ ਕਰੋ। ਹਾਲਾਂਕਿ ਗੱਲ ਇਹ ਆਈ ਸੀਗੀ ਪ੍ਰਧਾਨ ਬਦਲੋ ਜਾਣੀ ਪਰਿਵਾਰਵਾਦ ਖਤਮ ਕਰੋ, ਪਰ ਉਹ ਗੱਲ ਮੰਨੀ ਨਹੀਂ ਗਈ। ਤਰਮੀਮਾਂ ਹੋਈਆਂ, ਤਰਮੀਮਾਂ ਇਹ ਕਿਤੇ ਨਾ ਕਿਤੇ ਤਸਦੀਕ ਕਰਦੀਆਂ ਨੇ ਕਿ ਅਗਲੇ 10 ਸਾਲਾਂ ਲਈ ਸੁਖਬੀਰ ਸਿੰਘ ਬਾਦਲ ਪੱਕੇ ਬਣ ਗਏ। ਕੀ ਇਹ ਅਕਾਲੀ ਦਲ ਇਹ ਤੋਂ ਸਰਵਾਈਵ ਕਰੂਗਾ ਜਾਂ ਸਿੱਖ ਕੌਮ ਦੀ ਨੁਮਾਇੰਦਗੀ ਕਰੂਗਾ ਸਿਆਸਤ ਦੇ ਵਿੱਚ? ਤੁਹਾਨੂੰ ਕਿਵੇਂ ਲੱਗਦਾ? ਇਸ ਤਰ੍ਹਾਂ ਹੈਗਾ ਜੀ ਕਿ ਜਿਹੜਾ ਇਹ ਕਹਿਣਾ ਕਿ ਬਾਦਲ ਪਰਿਵਾਰ ਤੋਂ ਬਿਨਾਂ ਜਾਂ ਨਹਿਰੂ ਪਰਿਵਾਰ ਤੋਂ ਬਿਨਾਂ ਜਾਂ ਮਤਲਬ ਜਿਹੜਾ ਹੈਗਾ ਮੋਦੀ ਸਾਹਿਬ ਤੋਂ ਬਿਨਾਂ ਇਹ ਪਾਰਟੀਆਂ ਨਹੀਂ ਚੱਲ ਸਕਦੀਆਂ, ਇਹ ਧਰਮ ਨਹੀਂ ਚੱਲ ਸਕਦੇ ਜੀ। ਹਾਂਜੀ, तो गुरु साहब ने बड़ा स्पष्ट किया, को किसी को राज न दे है, जो ले है निज पल से ले है। लोक शक्ति ਜਿਹੜੀ ਹੈ ਨਾ ਜੋ ਉਭਾਰਨ ਦੀ ਲੋੜ ਹੈ। ਜਹੇਦਾਰ ਸਾਹਿਬ ਜਿਹੜੇ ਹੈਗੇ ਨੇ ਜੀ, ਉਹ ਇਹ ਗੱਲ ਕਿਉਂ ਨਹੀਂ ਕਹਿੰਦੇ ਜੀ ਕਿ ਜਦੋਂ ਸਾਰੇ ਅਕਾਲੀ ਦਲ ਦੇ ਬੰਦੇ ਅੰਦਰੋਂ, ਬਾਹਰੋਂ ਬੇਸ਼ੱਕ ਉਹਨਾਂ ਦੇ ਨਾਲ ਨੇ, ਅੰਦਰੋਂ ਜੇ ਕਹਿੰਦੇ ਨੇ ਕਿ ਸਾਡੀ ਜਿਹੜੀ ਹੈਗੀ ਆ ਲੀਡਰਸ਼ਿਪ ਬਦਲਣੀ ਚਾਹੀਦੀ ਆ, ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਮੇਟੀ ਨੇ ਕਮੇਟੀ ਬਣਾਈ, ਧੁੰਦਾ ਕਮੇਟੀ ਜੀ ਜੀ, ਉਹ ਕਹਿੰਦੀ ਆ ਜੀ ਕਿ ਲੀਡਰਸ਼ਿਪ ਬਦਲਣੀ ਚਾਹੀਦੀ ਆ। ਸਰਦਾਰ ਸੁਖਬੀਰ ਸਿੰਘ ਬਾਦਲ ਆਪ ਤੇ ਜਿੰਦਾ ਰਹੇ, ਬਾਕੀ ਸਾਰੇ ਮਾਰ ਦਿੱਤੇ। ਆਪ ਕਹਿੰਦੇ ਜੀ ਮੈਂ ਤੇ ਪ੍ਰਧਾਨ ਹੀ ਆ, ਬਾਕੀ ਕਮੇਟੀਆਂ ਸਾਰੀਆਂ ਸਾਰਾ ਢਾਂਚਾ ਬਦਲ। ਜਦੋਂ ਲੋੜ ਪਈ ਕਹਿੰਦੇ ਨਹੀਂ ਜੀ ਆਹ ਕਮੇਟੀ ਤੇ ਹੈਗੀ ਆ। ਇਸ ਕਰਕੇ ਦੱਸਾਂ ਨਾ ਲਿਬਰੇਟ ਸਾਹਿਬ, ਇਹ ਜਿਹੜਾ ਦੋਗਲੀ ਪਾਲਿਸੀ ਹੈ ਨਾ ਜੀ, ਡਿਊਲ ਪਾਲਿਸੀ ਹੈਗੀ ਆ, ਇਹਦੇ ਨਾਲ ਅਕਾਲੀ ਦਲ ਸਰਵਾਈਵ ਨਹੀਂ ਹੋਣਾ। ਜਥੇਦਾਰ ਦੇ ਕਹਿਣ ਦੇ ਨਾਲ ਭਾਈ ਸਾਹਿਬ ਜੀ ਕੋਈ ਜਿਹੜੀਆਂ ਹੈਗੇ ਨੇ ਕਾਇਦੇ ਕਾਨੂੰਨ ਨਹੀਂ ਬਣਨੇ। ਜਥੇਦਾਰ ਕਵੇ ਜੀ ਜਦ ਤੱਕ ਕਾਇਦਾ ਕਾਨੂੰਨ ਨਹੀਂ ਬਣਦਾ ਨਾ ਜੀ ਤੁਸੀਂ ਜਥੇਦਾਰ ਨਹੀਂ ਥਾਪ ਸਕਦੇ। ਇੱਕ ਤੁਹਾਨੂੰ ਮੈਂ ਬਹੁਤ ਵਧੀਆ ਗੱਲ ਦੱਸਦਾ ਜੀ, ਇਹ SGPC ਦੇ ਰਾਹੀਂ ਜਥੇਦਾਰ ਥਾਪਦੇ ਨੇ। ਹਾਂਜੀ, ਤੁਸੀਂ SGPC ਦਾ ਜਿਹੜਾ ਕੰਸਟੀਟਿਊਸ਼ਨ ਆ ਮੰਗਾ ਕੇ ਵੇਖ ਲਓ ਜੀ, ਉਹਦੇ ਵਿੱਚ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੀ ਅਕਾਲ ਤਖਤ ਜਾਂ ਦੂਜੇ ਤਖਤਾਂ ਦੇ ਜਥੇਦਾਰ ਜਿਹੜੇ ਨੇ ਜੀ ਉਹ ਥਾਪਣ ਦਾ ਕੋਈ ਅਧਿਕਾਰ ਹੈਗਾ ਤੇ ਮੈਨੂੰ ਜੋ ਸਜ਼ਾ ਉਹ ਦੇ ਦੇਣ। ਹਾਂ, ਉਹਦੇ ਵਿੱਚ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਜ਼ਰੂਰ ਰੋਲ ਹੈਗਾ ਜੀ। ਇਸ ਕਰਕੇ ਦੱਸਿਆ ਨਾ ਜੀ, ਇਹ ਇੱਕ ਹੋਰ ਜਿਹੜੀ ਗਲਤ ਗੱਲ ਆ ਨਾ ਜੀ ਲੋਕਾਂ ਦੇ ਦਿਮਾਗਾਂ ਵਿੱਚ ਪਾ ਰਹੇ ਨੇ ਕਿ SGPC ਇਹਨੂੰ ਅਪੁਆਇੰਟ ਕਰ ਸਕਦੀ ਆ, SGPC ਇਹਨੂੰ ਹਟਾ ਸਕਦੀ ਆ। ਯਾਨੀ ਉਹ ਸੰਵਿਧਾਨ 'ਚ ਹੈ ਨਹੀਂ, ਹੈ ਹੀ ਨਹੀਂ ਜੀ SGPC ਸੰਵਿਧਾਨ 'ਚ ਹੈ ਨਹੀਂ। ਤੇ ਫਿਰ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੌਣ ਨਿਯੁਕਤ ਕਰਦਾ ਹੈ? ਹਾਂ, ਅਕਾਲ ਤਖਤ ਸਾਹਿਬ ਤੋਂ ਕਾਲ ਆਉਂਦੀ ਹੈ ਜੀ ਜੀ, ਉਹਦੇ ਵਿੱਚ ਸਰਬੱਤ ਖਾਲਸਾ ਹੁੰਦਾ ਜੀ। ਜੀ, ਸਰਬੱਤ ਖਾਲਸੇ ਦੇ ਵਿੱਚ ਦੱਸਾਂ ਨਾ ਜੀ ਜਿਹੜਾ ਹੈਗਾ ਨਾ ਜੀ, ਜਿਹੜਾ ਆਪਣਾ ਥਾਪਿਆ ਜਾਂਦਾ ਨਾ ਜੀ ਜਥੇਦਾਰ, ਉਹਨੂੰ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈਗਾ ਬਣਾਇਆ ਜਾਂਦਾ ਹੈ। ਅੱਛਾ, ਸਰਬੱਤ ਖਾਲਸਾ ਕਿਵੇਂ ਆਪਾਂ ਉਹਦੀ ਪਰਿਭਾਸ਼ਾ ਕਿਵੇਂ ਕਰੀਏ? ਨਹੀਂ ਜੀ, ਸਰਬੱਤ ਖਾਲਸਾ ਜਿਹੜਾ ਹੈਗਾ ਨਾ ਜੀ, ਇਹ ਸ਼ੁਰੂ ਤੋਂ ਰਵਾਇਤ ਰਹੀ ਹੈ ਜੀ ਸਰਬੱਤ ਖਾਲਸੇ ਦੀ। ਓਕੇ ਜੀ, ਅੱਜ ਤੋਂ ਨਹੀਂ। ਤੁਸੀਂ ਵੇਖੋ ਮੇਰੀ ਗੱਲ ਸੁਣੋ ਜੀ, ਪੰਜਾਂ ਪਿਆਰਿਆਂ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਹਿਲਾਂ ਗੁਰੂ ਸਾਹਿਬ ਨੂੰ ਕਿਹਾ ਗੜੀ ਛੱਡ ਦਿਓ, ਕਹਿੰਦੇ ਨਹੀਂ ਮੈਂ ਆਪਣੇ ਸਿੱਖਾਂ ਨੂੰ ਛੱਡ ਕੇ ਨਹੀਂ ਜਾਣਾ ਜੀ। ਮਗਰੋਂ 5 ਪਿਆਰੇ ਤਿਆਰ ਹੁੰਦੇ ਨੇ ਤੇ ਕਹਿੰਦੇ ਉਹ ਗੋਬਿੰਦ ਸਿੰਘਾ ਤੈਨੂੰ ਹੀ ਹੁਕਮ ਕਰਦੇ ਆ, ਤੈਨੂੰ ਪੰਥ ਦੀ ਖਾਤਰ ਤੂੰ ਦੁਬਾਰਾ ਸਾਰਾ ਕੁਝ ਕਰ ਸਕਦਾ, ਤੈਨੂੰ ਅਸੀਂ ਕਹਿੰਦੇ ਗੜੀ ਛੱਡ ਕੇ ਚਲੇ ਜਾ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵੇਲੇ ਹੱਥ ਜੋੜ ਕੇ ਨਮਸਕਾਰ ਕਰਕੇ ਗੜੀ ਛੱਡ ਕੇ ਚਲ ਗਏ। ਅੱਜ ਕੀ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਗੁਰਪ੍ਰਤਾਪ ਸਿੰਘ ਰਿਆੜ ਜਾਂ ਕੋਈ ਹੋਰ ਭਾਈ ਸਾਹਿਬ ਜੀ ਪੰਜਾਂ ਜਣਿਆਂ ਜਿਹੜਾ ਹੈਗਾ ਕਹਿਣਾ ਮੰਨਣ ਨੂੰ ਤਿਆਰ ਆ? ਚਲੋ ਕਹਿਣ ਦਾ ਮਤਲਬ ਸਰਬੱਤ ਖਾਲਸੇ ਦਾ ਜਿਹੜਾ ਰਵਾਇਤ ਚੱਲੀ ਆ ਰਹੀ ਉਹਦੇ ਹਿਸਾਬ ਨਾਲ ਢਾਲ ਆਈ ਆ ਜੀ। ਜੀ, ਚਲੋ ਆਪਾਂ ਹੁਣ ਦੇਖਦੇ ਹਾਂ, ਤਾਂ ਸਿਆਸੀ ਗੱਲ ਵੀ ਹੋ ਗਈ, ਧਾਰਮਿਕ ਗੱਲ ਵੀ ਹੋ ਗਈ। ਹੁਣ ਆਪਾਂ ਗੱਲ ਕਰਦੇ ਹਾਂ ਰਿਆੜ ਸਾਹਿਬ ਕੀ ਸੋਚਦੇ ਨੇ, ਇੱਕ ਸਿੱਖ ਕੀ ਸੋਚਦਾ ਹੈ। ਹਾਂਜੀ, ਇੱਕ ਰਿਆੜ ਸਾਹਿਬ ਕੀ ਸੋਚਦੇ ਨੇ, ਇੱਕ ਸਿੱਖ ਕੀ ਸੋਚਦਾ ਹੈ ਜਿਹੇ ਸਵਾਲਾਂ ਪ੍ਰਤੀ, ਅਕਾਲੀ ਦਲ ਪ੍ਰਤੀ ਕੀ ਸੋਚਦਾ ਹੈ, ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਿਹੜੇ ਸਵਾਲ ਉਠਾਏ ਗਏ ਨੇ ਉਹਨਾਂ ਪ੍ਰਤੀ ਇੱਕ ਸਿੱਖ ਬੰਦਾ ਕੀ ਸੋਚਦਾ ਹੈ। ਲੀਡਰ ਨਹੀਂ ਆ, ਹੋਰ ਨਹੀਂ, ਆਮ ਸਿੱਖ ਕੌਮ ਦਾ ਇੱਕ ਸਿੱਖ ਕਿਵੇਂ ਸੋਚਦਾ ਹੈ, ਉਹ ਮੈਂ ਤੁਹਾਨੂੰ ਸਵਾਲ ਕਰਦਾ, ਸੰਖੇਪ ਜਿਹੇ ਜਵਾਬ ਦਿਓ। ਲਿਬਰੇਟ ਸਾਹਿਬ ਤੁਸੀਂ ਦੇਖੋ, ਇੱਕ ਬੰਨੇ ਹਰਪ੍ਰੀਤ ਸਿੰਘ ਜੀ ਨੇ ਜੀ, ਦੂਜੇ ਬੰਨੇ ਜਗਤਾਰ ਸਿੰਘ ਹਵਾਰਾ ਹੈ ਜੀ। ਹੁਣ ਕਿਹਨੂੰ ਜਥੇਦਾਰ ਮੰਨੋਗੇ? ਹਾਂ, ਉਹ ਯਾਨੀ ਕਿ ਤੁਸੀਂ ਹੁਣ ਇਹਦੇ ਬਾਰੇ ਮੈਂ
ਕੀ ਦੱਸੋ, ਕਹਾਂ, ਤੁਸੀਂ ਆਪ ਤੁਸੀਂ ਸਮਝਦਾਰ ਦੱਸ ਦਿਓ ਬੈਠੇ, ਵੀ ਤੁਸੀਂ ਦੱਸ ਭਾਈ ਦਿਓ ਸਾਹਿਬ ਜੀ। ਇੱਕ ਬੰਨੇ ਹਰਪ੍ਰੀਤ ਸਿੰਘ ਹੈ, ਜੀ ਉਹਨੂੰ ਬਾਦਲ ਸਾਹਿਬ ਦਾ ਜਥੇਦਾਰ ਕਹਿੰਦੇ ਆ। ਜੀ ਇੱਕ ਬੰਨੇ ਹਵਾਰਾ ਸਾਹਿਬ ਹੈ, ਉਹਨੂੰ ਭਾਈ ਸਾਹਿਬ ਸਿਮਰਨਜੀਤ ਸਿੰਘ ਮਾਨ ਦਾ ਜਥੇਦਾਰ ਕਹਿੰਦੇ ਆ। ਜੀ। ਤੇ ਕਿਹਨੂੰ ਜਥੇਦਾਰ ਮੰਨੀਏ? ਇਹ ਤਾਂ ਫਿਰ ਬਹੁਤ ਵੱਡਾ ਸਵਾਲ ਆ, ਸੰਗਤ ਸਾਹਮਣੇ ਵੀ ਤੇ ਸਿੱਖ ਵਿਦਵਾਨਾਂ ਸਾਹਮਣੇ ਵੀ ਇਹ ਹਾਂਜੀ, ਗੱਲ ਹੈ। ਹੁਣ ਦਾਦੂਵਾਲ ਸਾਹਿਬ ਨੇ ਪਹਿਲਾਂ ਜਥੇਦਾਰ ਬਣ ਗਏ, ਜੀ ਜਦੋਂ ਵੇਖਿਆ ਵੀ ਹਰਿਆਣੇ ਦੀ ਪ੍ਰਧਾਨਗੀ ਮਿਲਦੀ, ਜਥੇਦਾਰ ਤੋਂ ਰਿਜ਼ਾਈਨ ਕਰਤਾ। ਕੀ ਇਹੋ ਜਿਹੇ ਜਥੇਦਾਰਾਂ ਨੂੰ ਜਥੇਦਾਰ ਮੰਨ ਲਈਏ? ਕੀ ਰਣਜੀਤ ਸਿੰਘ ਗੌਰ ਵਰਗਿਆਂ ਨੂੰ ਜਥੇਦਾਰ ਮੰਨ ਲਈਏ? ਚਲੋ, ਯਾਨੀ ਕਿ ਸਿੱਖ ਕੌਮ ਮੂਹਰੇ ਵੱਡੇ ਸਵਾਲ ਨੇ ਕਿ ਜਥੇਦਾਰ ਦੀ ਮਰਿਆਦਾ ਤੇ ਉਹਨੂੰ ਸਮਝਣ ਵਾਲਾ ਕਿਸ ਤਰ੍ਹਾਂ ਦੀ ਸ਼ਖਸੀਅਤ ਹੋਣੀ ਚਾਹੀਦੀ, ਉਹਦੀ ਚੋਣ ਕਿਵੇਂ ਹੋਣੀ ਚਾਹੀਦੀ ਹੈ। ਉਹ ਜੇ ਸਰਬੱਤ ਖਾਲਸਾ ਦੀ ਤੁਸੀਂ ਗੱਲ ਕੀਤੀ ਹੈ। ਚਲੋ, ਮੈਂ ਤੁਹਾਡੇ ਤੇ ਲਾਸਟ 2 ਸਵਾਲ ਕਰਨੇ, ਸੰਖੇਪ ਜਵਾਬ ਦਿਓ ਥੋੜ੍ਹਾ ਜਿਹਾ। ਇੱਕ ਸਿੱਖ ਕੀ ਸੋਚਦਾ, ਜਿਹੜੀ ਆਪਾਂ ਦੁਬਾਰਾ ਕਹਾਂ, ਸਿੱਖ ਕੀ ਸੋਚਦਾ ਕਿ ਜਥੇਦਾਰ ਸਾਹਿਬ ਨੇ ਜਿਹੜੀ ਕੱਲ੍ਹ ਸਵਾਲ ਖੜੇ ਕੀਤੇ ਹੈ ਕਿ ਹੁਣ ਤੱਕ ਬਿਨਾਂ ਕਿਸੇ ਕਾਇਦੇ ਤੋਂ ਜਥੇਦਾਰ ਥਾਪੇ ਗਏ ਇੱਕ ਸੱਤਾ ਦੇ ਧਾਰੀ ਤੇ ਉਹਦੇ ਪ੍ਰਤੀ ਸਿੱਖ ਕੌਮ ਨੂੰ ਸੋਚ ਕੇ ਇਕੱਠੇ ਹੋ ਕੇ ਜਾਂ ਵਿਦਵਾਨਾਂ ਨੂੰ ਇਕੱਠੇ ਹੋ ਕੇ ਕੋਈ ਕਾਇਦੇ ਬਣਾ ਲੈਣੇ ਚਾਹੀਦੇ? ਇਸ ਤਰ੍ਹਾਂ ਹੈਗਾ ਨਹੀਂ, ਦੇਖੋ, ਫਿਰ ਵੀ ਇੱਕ ਸਵਾਲ ਬੜਾ ਇਸ ਤਰ੍ਹਾਂ ਉਹਨਾਂ ਨੇ ਉਸੇ ਜ਼ਿੰਮੇਵਾਰੀ ਵਾਲੀ ਸੀਟ ਤੋਂ ਗੱਲ ਕੀਤੀ ਕਿ ਜਥੇਦਾਰ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਜੀ, ਬਿਲਕੁਲ ਵਾਜਬ ਖੜੇ ਕੀਤੇ ਨੇ ਜੀ, ਇਹ ਖੜੇ ਹੋਣੇ ਵੀ ਚਾਹੀਦੇ ਨੇ ਜੀ, ਇਹਨਾਂ ਦਾ ਹੱਲ ਵੀ ਹੋਣਾ ਚਾਹੀਦਾ। ਜੀ, ਪਰ ਜੇ ਹੱਲ ਨਹੀਂ ਹੁੰਦਾ ਜੀ, ਫਿਰ ਜਥੇਦਾਰ ਸਾਹਿਬ ਕੀ ਕਰਨਗੇ? ਜੇ ਇਹ ਉਹਨਾਂ ਮੂਹਰੇ ਸਵਾਲ ਹੈ ਵੀ ਉਹ ਕੀ ਕਰਨਗੇ। ਸਵਾਲ ਤੇ ਇਹਦੇ ਵਿੱਚੋਂ ਇਹ ਨਿਕਲਦਾ ਜੀ ਜੀ, ਵੀ ਮੈਂ ਕਹਿੰਦਾ ਜੀ ਮੈਂ ਬਿਮਾਰ ਹਾਂ ਜੀ, ਠੀਕ ਹੈ ਜੀ, ਡਾਕਟਰ ਮੈਨੂੰ ਸਾਰਾ ਚੈੱਕਅਪ ਕਰਦਾ ਹੈ, ਜੀ, ਉਹ ਦਵਾਈ ਦਿੰਦਾ ਹੈ ਜੀ, ਠੀਕ ਹੈ ਜੀ, ਮੈਂ ਠੀਕ ਨਹੀਂ ਹੁੰਦਾ, ਜੀ, ਫਿਰ ਮੈਂ ਕੀ ਕਰਾਂ? ਹੁਣ ਤੁਸੀਂ ਰਹਿ ਦੇ ਦਿਓ। ਉਹਨਾਂ ਨੇ ਆਪਣੀ ਬਿਮਾਰੀ ਦੱਸ ਦਿੱਤੀ। ਹਾਂਜੀ, ਡਾਕਟਰ ਹੈਗੇ ਆ ਐਸਜੀਪੀਸੀ ਤੇ ਅਕਾਲੀ ਦਲ, ਜੀ, ਉਹਦੇ ਕੋਲੋਂ ਜਾਂ ਤੇ ਭਾਈ ਸਾਹਿਬ ਜੀ ਠੀਕ ਦਵਾਈ ਲੈ ਲੈਣ, ਜੇ ਦਵਾਈ ਨਹੀਂ ਦਿੰਦੇ ਤੇ ਫਿਰ ਹਰਪ੍ਰੀਤ ਸਿੰਘ ਨੂੰ ਕੀ ਕਰਨਾ ਚਾਹੀਦਾ, ਇਹ ਉਹ ਸੋਚਣ ਵੀ ਅਸੀਂ ਕਿਉਂ ਸੋਚੀਏ। ਇਹ ਵੀ ਠੀਕ ਹੈ। ਚਲੋ, ਹੁਣ ਆਪਾਂ ਦੂਸਰਾ ਸਵਾਲ ਕਰਦੇ ਹਾਂ। ਇਹ ਉਹਨਾਂ ਲਈ ਵੀ ਕਿ ਵੱਡਾ ਸਵਾਲ ਹੈ ਕਿ ਉਦੋਂ ਬਾਅਦ ਉਹ ਕੀ ਕਰਨ ਜੇ ਨਹੀਂ ਕੁਝ ਕਰਦੇ। ਤੁਸੀਂ ਬਹੁਤ ਵੱਡਾ ਇੱਕ ਐਜ਼ ਏ ਸਿੱਖ ਬਹੁਤ ਵੱਡਾ ਸਵਾਲ ਉਹਦੇ ਸਾਹਮਣੇ ਰੱਖ ਦਿੱਤਾ। ਹੁਣ ਦੂਸਰੀ ਗੱਲ ਕਰੀਏ, ਅਕਾਲੀ ਦਲ ਦੇ ਵੀ ਤੁਸੀਂ ਨੁਮਾਇੰਦੇ ਰਹੇ ਹੋ 2.5 ਦਹਾਕੇ ਤੋਂ ਜ਼ਿਆਦਾ। ਅਕਾਲੀ ਦਲ ਇੱਕ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦਾ ਰਿਹਾ ਕਿਸੇ ਸਮੇਂ, ਹੁਣ ਅਕਾਲੀ ਦਲ ਬਾਦਲ ਵਜੋਂ ਆ ਗਿਆ। ਕੀ ਇੱਕ ਤਾਂ ਪਹਿਲੀ ਗੱਲ ਹੈ, ਸਿਆਸਤ ਦੇ ਵਿੱਚ ਇੱਕ ਖੇਤਰੀ ਪਾਰਟੀ ਬੜੀ ਜ਼ਰੂਰੀ ਮੰਨੀ ਜਾਂਦੀ ਹੈ ਕਿਉਂਕਿ ਕੇਂਦਰ ਆਪਦੇ ਹਿਸਾਬ ਨਾਲ ਚੱਲਦਾ, ਫਿਰ ਨਹੀਂ ਤੁਹਾਨੂੰ ਖਿੱਤੇ ਦਾ ਗੱਲ ਨਹੀਂ ਹੁੰਦੀ ਪੂਰੀ। ਉਹ ਪਾਰਟੀ ਇਸੇ ਤਰ੍ਹਾਂ ਬਾਦਲ ਪਰਿਵਾਰ ਨੂੰ ਪਿੱਛੇ ਹਟ ਕੇ ਚੱਲੇਗੀ ਵਧੀਆ ਢੰਗ ਨਾਲ, ਜਾਂ ਕੋਈ ਇਹਦਾ ਨਵਾਂ ਬਦਲ ਸੋਚਣਾ ਚਾਹੀਦਾ? ਨਹੀਂ, ਇਸ ਤਰ੍ਹਾਂ ਹੈਗਾ ਜੀ ਕਿ ਦੇਖੋ, ਕੁਦਰਤ ਜਿਹੜੀ ਹੈ ਨਾ ਜੀ, ਜੀ, ਜਿਹੜੀ ਨੇਚਰ ਹੈ ਜੀ, ਇਹ ਜਿੱਥੇ ਵੀ ਕਿਤੇ ਵੈਕਿਊਮ ਹੁੰਦਾ ਨਾ ਜੀ, ਜੀ, ਜਿੱਥੇ ਕਿਤੇ ਖਾਲੀ ਜਗ੍ਹਾ ਹੁੰਦੀ ਆ ਜੀ, ਉਹਨੂੰ ਭਰ ਦਿੰਦੀ ਆ। ਜੀ, ਠੀਕ ਹੈ ਜੀ। ਹੂ ਆਫਟਰ ਨਹਿਰੂ ਲੋਕ ਕਹਿੰਦੇ ਸੀਗੇ, ਸ਼ਾਸਤਰੀ ਨੇ ਨਹਿਰੂ ਭਾਈ ਸਾਹਿਬ ਜੀ 10 ਮਹੀਨਿਆਂ 'ਚ ਭੁਲਾਤਾ, ਕੋਈ ਨਹਿਰੂ ਦਾ ਨਾਂ ਹੀ ਨਹੀਂ ਲੈਂਦਾ ਸ਼ਾਸਤਰੀ ਵੇਲੇ। ਜੀ, ਇਸ ਕਰਕੇ ਇਹ ਕਹਿਣਾ ਜੀ ਕਿ ਇਹਨਾਂ ਤੋਂ ਬਗੈਰ ਕੋਈ ਨਹੀਂ ਹੈ, ਇਹ ਆਪਣੇ ਆਪ ਦੇ ਉੱਤੇ ਸਰਦਾਰ ਜੀ ਕੌਨਫੀਡੈਂਸ ਨਹੀਂ ਹੋਣਾ, ਇਹ ਬਿਲਕੁਲ ਗਲਤ ਹੈਗਾ। ਜਿਹੜੇ ਲੋਕ ਇਹ ਕਹਿੰਦੇ ਨੇ ਇਹਨਾਂ ਤੋਂ ਬਗੈਰ ਨਹੀਂ ਚੱਲ ਸਕਦੇ, ਉਹ ਹਨੇਰੇ 'ਚ ਨੇ, ਉਹ ਗਲਤ ਪਾਸੇ ਸੋਚ ਰਹੇ ਨੇ। ਅਕਾਲੀ ਦਲ ਦੇ ਕਿੰਨੇ ਪ੍ਰਧਾਨ ਆਏ ਨੇ, ਹਾਂਜੀ ਜੀ, ਸਾਰਿਆਂ ਨੇ ਕੰਮ ਕੀਤਾ ਹੈ। ਉਹਨਾਂ ਅਕਾਲੀ ਦਲ ਦੇ ਪ੍ਰਧਾਨਾਂ ਦੀ ਇਹੋ ਜਿਹੀ ਹਾਲਤ ਹੋਈ ਆ ਜੋ ਇਹਨਾਂ ਦੀ ਲੋਕ ਕਰ ਰਹੇ ਨੇ। ਚਲੋ, ਹੁਣ ਕਹਿਣ ਦਾ ਮਤਲਬ ਹੱਲ ਕੀ ਹੈ? ਫਿਰ ਕੀ ਹੋਣਾ ਚਾਹੀਦਾ? ਨਵੀਂ ਹਾਲ ਇਹ ਹੈ ਲੀਡਰਸ਼ਿਪ ਜੀ ਹੋਣੀ ਵੀ ਚਾਹੀਦੀ? ਜਿਹੜੀ ਧੁੰਦਾ ਕਮੇਟੀ ਹੈ ਨਾ ਜੀ, 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 ਉਹਦੀ ਰਿਪੋਰਟ ਇਹ ਲੋਕਾਂ ਦੇ ਵਿੱਚ ਪਬਲਿਸ਼ ਕਰਨ, ਲੋਕਾਂ ਨੂੰ ਦਿਖਾਉਣ, ਜੀ, ਸਿੱਖ ਜਗਤ ਨੂੰ ਦਿਖਾਉਣ, ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀਆਂ ਨੂੰ ਦਿਖਾਉਣ, ਜੀ, ਜੀ, ਔਰ ਉਹਦੇ ਵਾਸਤੇ ਕੀ ਕੀ ਕੰਮ ਕੀਤਾ ਗਿਆ ਹੈ ਜੀ, ਉਹ ਮੁੜ ਕੇ ਦੱਸਣ। ਜੀ, ਉਹ ਕਮੇਟੀ ਦੀ ਰਿਪੋਰਟ ਤਾਂ ਕਿਸੇ ਦਿਖਾਉਂਦੇ ਹੀ ਨਹੀਂ। ਯਾਨੀ ਉਸ ਤੋਂ ਬਾਅਦ ਸੰਗਤ ਜਾਂ ਉਹਦੇ ਜਿਹੜੇ ਕੀ ਸਿੱਖ ਕੌਮ ਲਿਖਿਆ ਹੈ, ਊੜਾ ਲਿਖਿਆ ਕਿ ਗੱਗਾ ਲਿਖਿਆ, ਸਾਨੂੰ ਤਾਂ ਪਤਾ ਨਹੀਂ। ਜੀ, ਔਰ ਜਿਹੜੀ ਉਹਦੀਆਂ ਮੱਦਾਂ ਨੇ ਉਹਨਾਂ ਨੇ ਲਿਖਿਆ ਹੋਊਗਾ 1 ਨੰਬਰ ਆ, 2 ਨੰਬਰ ਆ, 3 ਨੰਬਰ ਆ, 4 ਨੰਬਰ ਆ, ਉਹਨੂੰ ਦੱਸਣ ਵੀ 1 ਨੰਬਰ ਹੱਲ ਹੋ ਗਈ ਜੀ, 2 ਨੰਬਰ ਹੱਲ ਹੋ ਗਈ ਜੀ, 4 ਨੰਬਰ ਬਾਕੀ 6 ਨੰਬਰ ਰਹਿ ਗਏ ਨੇ ਜੀ, ਦੱਸਣ ਤਾਂ ਸਹੀ ਨਾ ਜੀ। ਚਲੋ, ਯਾਨੀ ਕਿਤੇ ਨਾ ਇਹ ਕਿਤੇ ਆਪੇ ਮਰਜੀ ਪੁੱਛੀ, ਆਪੇ ਮੇਰੇ ਬੱਚੇ ਜੀਣ। ਜੀ, ਹੁਣ ਆਪਣਾ ਭੁੰਦੜ ਸਾਹਿਬ ਕਹਿੰਦੇ ਨੇ ਜੀ ਵੀ ਮੈਨੂੰ ਦੱਸਣ ਜੀ ਵੀ ਕਿਹੜਾ ਆਦਮੀ ਜਿਹੜਾ ਪ੍ਰਧਾਨ ਹੋ ਸਕਦਾ, ਮੈਂ ਸੁਖਬੀਰ ਨੂੰ ਮਨਾ ਲਾਂਗਾ। ਇਹਦਾ ਮਤਲਬ ਸੁਖਬੀਰ ਮੰਨਦਾ ਨਹੀਂ ਆ। ਇਹ ਭੁੰਦੜ ਸਾਹਿਬ ਦੀ ਜ਼ੁਬਾਨੀ ਆ, ਮੈਂ ਨਹੀਂ ਕਹਿ ਰਿਹਾ। ਠੀਕ ਹੈ ਜੀ, ਠੀਕ ਹੈ, ਠੀਕ ਹੈ।
ਇਹਦਾ ਮਤਲਬ ਸੁਖਬੀਰ ਮੰਨਦਾ ਨਹੀਂ ਆ, ਵੀ ਜਾਨੀ ਹੱਟ ਕੀਤੀ ਹੋਈ ਹੈ ਵੀ ਇੱਥੇ ਹੀ ਰਹਿਣਾ ਚਾਹੀਦਾ ਕਿਉਂਕਿ ਮੰਨਦੇ ਇਸ ਕਰਕੇ ਨਹੀਂ ਆ ਜੀ ਕਿ ਜੇ ਉਹ ਮਤਲਬ ਪ੍ਰਧਾਨਗੀ ਛੱਡਦੇ ਨੇ ਨਾ ਜੀ, ਇਹ ਸੁਖਬੀਰ ਨੇ ਸਵਾਰੀ ਕੀਤੀ ਹੋਈ ਸ਼ੇਰ ਦੀ, ਇਹ ਡਿਕਟੇਟਰ ਹੈ, ਪ੍ਰਧਾਨ ਨਹੀਂ ਹੈ, ਡਿਕਟੇਟਰ ਹੈ। ਜਿਹਨੂੰ ਮਰਜ਼ੀ ਪ੍ਰਧਾਨ ਬਣਾਤਾ, ਜਿਹਨੂੰ ਮਰਜ਼ੀ ਜਨਰਲ ਸੈਕਟਰੀ ਬਣਾਤਾ। ਤੁਸੀਂ 1920 ਦਾ ਅਕਾਲੀ ਦਲ ਦਾ ਭਾਈ ਸਾਹਿਬ ਜੀ ਸੰਵਿਧਾਨ ਪੜ੍ਹੋ, ਜਿਹੜੇ ਲੋਕਾਂ ਨੇ ਨਹੀਂ ਪੜ੍ਹਿਆ। ਸਿਰਫ 2 ਵਾਈਸ ਪ੍ਰਧਾਨ ਨੇ, ਇਸ ਵੇਲੇ 176 ਵਾਈਸ ਪ੍ਰਧਾਨ ਨੇ ਅਕਾਲੀ ਦਲ ਦੇ। ਜਿਹੜਾ ਨਾਰਾਜ਼ ਹੋਇਆ ਉਹਨੂੰ ਘਰ ਗਏ ਜਾ ਕੇ ਮਨਾ ਲਿਆਂਦਾ ਜੀ। ਹਾਂਜੀ, ਹੁਣ ਤੁਸੀਂ ਦੱਸੋ ਕਿ ਭਾਈ ਸਾਹਿਬ ਜੀ ਕੀ ਲੋੜ ਸੀਗੀ ਆਪਣਾ ਸੁੱਚਾ ਸਿੰਘ ਛੋਟੇਪੁਰ ਨੂੰ ਘਰੋਂ ਲਿਆ ਕੇ ਉਸ ਵੇਲੇ ਟਿਕਟ ਦੇਣ ਦੀ। ਜਿਹੜੇ ਬੰਦੇ ਉੱਥੇ ਕੰਮ ਕਰ ਰਹੇ ਸੀ ਬਟਾਲੇ 'ਚ ਜੀ, ਜਦੋਂ ਤੁਸੀਂ ਉਹਨਾਂ ਦੇ ਖਿਲਾਫ ਕਿਸੇ ਨੂੰ ਲਿਆ ਕੇ ਉਹਨਾਂ ਦੇ ਸਿਰ ਤੇ ਬਿਠਾ ਦਿਓਗੇ ਤੇ ਉਹ ਤੁਹਾਡੀ ਭਾਈ ਸਾਹਿਬ ਵਿਰੋਧ ਤਾਂ ਨਹੀਂ ਕਰਨਗੇ। ਸੋਚਿਆ ਪ੍ਰਧਾਨ ਜੀ ਨੇ ਵੀ ਸਾਡਾ ਕੈਂਡੀਡੇਟ ਜਿੱਤ ਨਹੀਂ ਸਕੇਗਾ। ਚਲੋ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਹੈ ਉਹ ਜਨਤਕ ਕੀਤੀ ਜਾਵੇ, ਫਿਰ ਸਿੱਖ ਕੌਮ ਦੇ ਜੋ ਆਗੂ ਨੇ ਉਹ ਬੈਠ ਕੇ ਜੋ ਫੈਸਲਾ ਕਰ ਲੈਣਗੇ, ਫਿਰ ਇੱਕ ਖੇਤਰੀ ਪਾਰਟੀ ਦੇ ਉਥਾਨ ਦੀ ਗੱਲ ਚੱਲ ਸਕਦੀ ਹੈ। ਕੀ ਖਿਆਲ? ਤੁਸੀਂ ਵੇਖੋ ਜੀ, ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਦਾ ਕਿ ਅੱਜ ਵੀ ਚੰਡੀਗੜ੍ਹ 'ਚ SGPC ਹੈਗੀ, SGPC ਮੈਂਬਰ ਹੈਗਾ ਜੀ, ਹੈ ਮੈਂ ਵੀ SGPC ਮੈਂਬਰ ਰਿਹਾ ਜੀ। ਆਪਣਾ ਅਮਰਿੰਦਰ ਸਿੰਘ ਜੀ ਵੀ SGPC ਮੈਂਬਰ ਰਹੇ ਨੇ ਜੀ, ਹੈਗੇ। ਸਰਦਾਰ ਜੋਗਿੰਦਰ ਸਿੰਘ ਸਵਾਨੀ ਉਹ ਇਸ ਵੇਲੇ ਸੰਸਾਰ 'ਚ ਨਹੀਂ, ਉਹ ਵੀ SGPC ਮੈਂਬਰ ਰਹੇ ਨੇ ਜੀ। ਠੀਕ ਹੈ ਜੀ। ਚੰਡੀਗੜ੍ਹ ਨੂੰ ਕਦੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਵੀ ਲਿਆ ਇਹਨਾਂ ਨੇ। ਇਹੀ ਹਾਲਤ ਸ਼ਿਮਲੇ ਦੀ ਆ ਜੀ, ਠੀਕ ਹੈ ਜੀ। ਜਦੋਂ ਇਹਨਾਂ ਨੇ ਮਤਲਬ ਜਿਹੜਾ ਹੈਗਾ ਰਘੂਜੀਤ ਸਿੰਘ ਵਿਰਕ ਜਿਹੜਾ ਹੈ ਹਰਿਆਣੇ ਤੋਂ ਜੀ, ਉਹ ਰਿਲੇਟਡ ਟੂ ਸੁਖਬੀਰ ਬਾਦਲ ਆ, ਉਹ ਕਿਉਂ ਹਰ ਵਾਰੀ ਵਾਈਸ ਪ੍ਰੈਜ਼ੀਡੈਂਟ ਬਣਦਾ ਹੈ? ਯਾਨੀ ਕਿ ਤੁਹਾਡੇ ਵੱਡੇ ਸਵਾਲ ਨੇ। ਆਪਾਂ ਫਿਰ ਬਾਕੀ ਗੱਲ ਦਰਸ਼ਕਾਂ ਤੇ ਛੱਡਦੇ ਹਾਂ। ਸਰਦਾਰ ਗੁਰਪ੍ਰਤਾਪ ਸਿੰਘ ਰਿਆੜ ਸਾਹਿਬ ਨੇ, ਜੋ ਉਹਨਾਂ ਲੰਬਾ ਤਜਰਬਾ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ, ਉਹਨਾਂ ਨੇ ਬਹੁਤ ਵੱਡੇ ਸਵਾਲ ਆਪਦੇ ਤਜਰਬੇ ਨਾਲ ਖੜੇ ਕੀਤੇ ਨੇ ਸਿੱਖ ਕੌਮ ਸਾਹਮਣੇ। ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਵੀ ਕੱਲ੍ਹ, ਮੈਨੂੰ ਲੱਗਦਾ ਕਿ ਸੰਗਤ ਸਾਹਮਣੇ ਇੱਕ ਆਪਦਾ ਵਿਚਾਰ ਰੱਖਿਆ ਤੇ ਸੰਗਤ ਕੀ ਫੈਸਲਾ ਕਰਦੀ ਉਹਦੇ ਪ੍ਰਤੀ ਇਹਨਾਂ ਨੇ ਆਪਦੀਆਂ ਰਾਇਆਂ ਦਿੱਤੀਆਂ ਨੇ। ਕਲਿੱਕ ਦਰ ਕਲਿੱਕ ਆਪਾਂ ਕੋਸ਼ਿਸ਼ ਕੀਤੀ ਹੈ ਇਸ ਮਸਲੇ ਦੇ ਅੰਦਰ ਜਾਣ ਦੀ। ਦਰਸ਼ਕੋ, ਗੱਲ ਸਾਹਮਣੇ ਇਹੀ ਆਈ ਹੈ ਕਿ ਸਿੱਖ ਕੌਮ ਨੂੰ ਅਗਵਾਈ ਕਰਨ ਵਾਲੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਨਹੀਂ, ਕਿਸੇ ਪਾਰਟੀ ਦੇ ਪ੍ਰਭਾਵ ਹੇਠ ਨੇ। ਉੱਥੇ ਕੁਝ ਬਦਲਾਅ ਹੋਣ ਦੀ ਸੰਭਾਵਨਾ ਨਹੀਂ, ਜ਼ਰੂਰਤ ਹੈ। ਸੰਭਾਵਨਾ ਫਿਰ ਅਕਾਲੀ ਦਲ ਦੀ ਗੱਲ ਕਰੀਏ, ਅਕਾਲੀ ਦਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇੱਕ ਪਰਿਵਾਰਵਾਦ ਦੀ ਥੱਲੇ ਆ ਕੇ ਆਪਦੀ ਜਿਹੜੀ ਅਸਲੀਅਤ ਆ, ਸਾਰਥਕਤਾ ਖਤਮ ਕਰ ਚੁੱਕਿਆ ਤੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ। ਇਹ ਪਰਿਵਾਰਵਾਦ ਜਦੋਂ ਖਤਮ ਹੋਊਗਾ ਫਿਰ ਕਿਤੇ ਇੱਕ ਸਿੱਖ ਕੌਮ ਦੀ ਖੇਤਰੀ ਪਾਰਟੀ ਦਾ ਉਥਾਨ ਹੋ ਸਕਦਾ ਹੈ, ਜੋ ਜ਼ਰੂਰਤ ਹੈ। ਲੋਕਤੰਤਰ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ ਤੇ ਦੇਸ਼ ਦੀਆਂ ਜਿਹੜੀਆਂ ਸਟੇਟਾਂ ਨੇ, ਰਾਜ ਨੇ, ਉਹ ਵੀ ਭਾਸ਼ਾ ਦੇ ਨਾਂ 'ਤੇ ਵਰਗਾਂ ਦੇ ਨਾਂ 'ਤੇ ਬਣੇ ਹੋਏ ਨੇ। ਅਸੀਂ ਜਿਹੇ ਵਿਸ਼ੇ ਲੈ ਕੇ ਹਮੇਸ਼ਾ ਦਰਸ਼ਕਾਂ ਸਾਹਮਣੇ ਪੇਸ਼ ਹੁੰਦੇ ਰਹਿੰਦੇ ਹਾਂ। ਫਿਰ ਕੋਈ ਨਵੇਂ ਵਿਸ਼ੇ ਨਾਲ ਮਿਲਦੇ ਹਾਂ। ਬਾਕੀ ਫੈਸਲਾ ਤੇ ਇੱਕ ਰਾਏ ਦਰਸ਼ਕਾਂ ਦੇ ਛੱਡਦੇ ਹਾਂ। ਫਿਰ ਮਿਲਦੇ ਹਾਂ। ਸਕਰੋਲ ਪੰਜਾਬ ਦੇਖਦੇ ਰਹੋ।